ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਗਰੀਬ ਨਿਵਾਜ ਜੁਗੋ ਜੁਗ ਅਟਲ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਹਜੂਰੇ ਅਨਵਰ ਸ਼ਹਿਨਸ਼ਾਹੇ ਦੋ ਜਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਜੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ। ਆਪ ਜੀ ਨੇ ਪਿੱਛੇ ਪ੍ਰਸੰਗ ਸਰਵਣ ਕੀਤਾ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਬ੍ਰਿਜ ਭੂਮੀ ਦੇ ਉੱਪਰ ਆਪਣੇ ਪਾਵਨ ਚਰਨ ਪਾਏ ਨੇ ਤੇ ਉੱਥੋਂ ਦਾ ਇਤਿਹਾਸ ਦੱਸਿਆ ਸਤਿਗੁਰੂ ਜੀ ਨੇ ਭਾਈ ਬਾਲੇ ਮਰਦਾਨੇ ਨੂੰ। ਸੂਖਮ ਰੂਪ ਦੇ ਵਿੱਚ ਇਤਿਹਾਸ ਦੱਸਿਆ ਤੇ ਫਿਰ ਸਤਿਗੁਰੂ ਜੀ ਜਦੋਂ ਅੱਗੇ ਗਏ ਤੇ ਉੱਥੇ ਬਹੁਤ ਵੱਡਾ ਭਾਰੀ ਮੇਲਾ ਸੀ। ਉੱਥੋਂ ਦੇ ਜਿਹੜੇ ਲੋਕ ਆ ਨਾ, ਉਹ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਰਾਸ ਲੀਲਾ ਕਰਿਆ ਕਰਦੇ ਸਨ, ਉਸੇ ਹੀ ਪ੍ਰਕਾਰ ਕ੍ਰਿਸ਼ਨ ਰਾਧਿਕਾ ਦਾ ਰੂਪ ਧਾਰਨ ਕਰਕੇ ਤੇ ਰਾਸ ਪਾ ਰਹੇ ਸਨ, ਪਰ ਕੁਕਰਮ ਕਰਨ ਦੇ ਵਿੱਚ ਵੀ ਪ੍ਰਵਿਰਤ ਹੋਏ ਸਨ। ਇਸ ਕਰਕੇ ਉਹਨਾਂ ਦੀ ਮਾੜੀ ਹਾਲਤ ਦੇਖ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਆਪਣੇ ਸੁਭਾਈਮਾਨ ਮੁਖਾਰਬਿੰਦ ਤੋਂ ਪਾਵਨ ਪਵਿੱਤਰ ਸੁੰਦਰ ਬਚਨ ਉਚਾਰਨ ਕੀਤੇ ਨੇ। ਆਓ ਜੀ ਬੜੇ ਪਿਆਰ ਦੇ ਸਹਿਤ ਗੁਰੂ ਕੇ ਸੁਭਾਈਮਾਨ ਮੁਖਾਰਬਿੰਦ ਤੋਂ ਜੋ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ, ਉਹਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ। ਭਾਈ ਮਰਦਾਨੇ ਨੂੰ ਕਹਿਣ ਲੱਗੇ ਕਿ ਭਾਈ ਮਰਦਾਨਿਆ, ਧੁਰ ਕੀ ਬਾਣੀ ਆਈ ਹੈ, ਰਬਾਬ ਵਜਾ। ਬੜੇ ਪਿਆਰ ਦੇ ਸਹਿਤ ਲਿਵਲੀਨ ਹੋ ਕੇ ਗੁਰੂ ਕਾ ਹੁਕਮ ਮੰਨ ਕੇ ਭਾਈ ਮਰਦਾਨੇ ਨੇ ਰਬਾਬ ਵਜਾਈ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਭਾਈਮਾਨ ਮੁਖਾਰਬਿੰਦ ਤੋਂ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਤੋ ਸਤਿਗੁਰੂ ਜੀ ਨੇ ਉਹਨਾਂ ਧਰਮੀ ਲੋਕਾਂ ਦੀ ਹਾਲਤ ਦੇਖੀ ਕਿ ਧਰਮੀ ਲੋਕ ਆਪਣੇ ਆਚਰਨ ਤੋਂ ਗਿਰ ਗਏ ਸਨ, ਆਚਰਣਹੀਨ ਹੋ ਗਏ ਸਨ ਉਹ ਲੋਕ, ਅਤੇ ਧਰਮ ਦੇ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਸੀ ਰਹਿ ਗਿਆ। ਭਾਵ ਕਿ ਨਾ ਭਗਤੀ ਕਰਨੀ, ਨਾ ਸੇਵਾ ਸਿਮਰਨ ਬੰਦਗੀ ਕਰਨ ਤੋਂ ਰਹਿਤ ਹੋ ਗਏ ਸਨ ਉਹ ਲੋਕ। ਤੋ ਰਾਸ ਹੁੰਦੀ ਦੇਖ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਜੀਵਾਂ ਦੇ ਉੱਤੇ ਤਰਸ ਕਰਕੇ ਇਹ ਜੋ ਪਾਵਨ ਪਵਿੱਤਰ ਸੁੰਦਰ ਬਚਨ ਉਚਾਰਨ ਕੀਤੇ। ਆਓ ਬੜੀ ਭਾਵਨਾ ਦੇ ਸਹਿਤ ਧਿਆਨ ਦੇ ਸਹਿਤ ਸਰਵਣ ਕਰੀਏ ਜੀ। ਰਾਮਕਲੀ ਮਹੱਲਾ ਪਹਿਲਾ ਅਸ਼ਟਪਦੀਆ। ਰਾਮਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਪਹਿਲੇ ਪਾਤਸ਼ਾਹ ਦਾ। ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਰਾਮਕਲੀ ਮਹੱਲਾ ਪਹਿਲਾ। ਰਾਮਕਲੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦੀਨ ਦਿਆਲ ਚੋਜੀ ਪ੍ਰੀਤਮ ਸਤਿਗੁਰੂ ਜੀ, ਜਿਨ੍ਹਾਂ ਬਾਬਤ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ ਕਿ ਕੱਲ ਤਾਰਨ ਗੁਰੂ ਨਾਨਕ ਆਇਆ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਐਸੇ ਦੀਨ ਦਿਆਲ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ। ਅਸ਼ਟਪਦੀਆ 8 ਪਦਿਆਂ ਵਾਲਾ ਇਹ ਸ਼ਬਦ ਹੈ, ਭਾਵ ਕਿ 8 ਪੌੜੀਆਂ ਨੇ ਇਹ ਸ਼ਬਦ ਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਰੂਪ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ, ਸਤ ਤ੍ਰੇਈ ਕਾਲ ਆਬਾਦ, ਗੁਰ ਚੇਤਨ ਸਰੂਪ ਤੋਂ ਪ੍ਰਸਾਦ ਆਨੰਦ ਸਰੂਪ। ਇੱਕ ਓੰਕਾਰ ਦੀ ਧੁਨੀ ਉਚਾਰਨ ਕਰਕੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ, ਅਤੇ ਉਹ ਪਰਮਾਤਮਾ ਵਾਹਿਗੁਰੂ ਇੱਕ ਹੈ, ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਹੈ। ਓੰਕਾਰ ਦੀ ਧੁਨੀ ਉਚਾਰ ਕੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ,
ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਿਨ ਚਿਤ ਓੰਕਾਰ ਸੈਲ ਜੁਗ ਭਏ ਓੰਕਾਰ ਵੇਦ ਨਿਰਮਏ। ਇਸ ਪ੍ਰਕਾਰ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਵੀ ਸਪਸ਼ਟ ਕੀਤਾ ਹੈ। ਸਤ ਤ੍ਰੇਈ ਕਾਲ ਆਬਾਦ ਸੱਚਾ ਉਹਨੂੰ ਕਹਿੰਦੇ ਨੇ ਜੋ ਤਿੰਨਾਂ ਸਮਿਆਂ ਦੇ ਵਿੱਚ ਵਰਤਮਾਨ ਭੂਤ ਭਵਿੱਖ ਸਮੇਂ ਦੇ ਵਿੱਚ ਸਦਾ ਵਾਸਤੇ ਰਹਿਣ ਵਾਲਾ ਹੋਵੇ। ਸਤ ਤ੍ਰੇਈ ਕਾਲ ਆਬਾਦ ਗੁਰ ਚੇਤਨ ਸਰੂਪ ਗੁਰੂ ਉਹਨੂੰ ਕਹਿੰਦੇ ਨੇ ਜਿਹੜਾ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਕੱਢ ਕੇ ਤੇ ਗਿਆਨ ਦਾ ਪ੍ਰਕਾਸ਼ ਕਰ ਦੇਵੇ। ਪ੍ਰਸਾਦ ਆਨੰਦ ਸਰੂਪ ਪਰ ਵਿਸ਼ੇਸ਼ ਕਰਕੇ ਸਵਾਦਾਂ ਤੋਂ ਪਰੇ ਹੈ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ। ਸੋਈ ਚੰਦ ਚੜ੍ਹੇ ਸੇ ਤਾਰੇ। ਸਤਿਗੁਰੂ ਜੀ ਨੇ ਇਹ ਬਚਨ ਕੀਤੇ ਕਿ ਭਾਈ ਕਲਯੁਗ ਦੇ ਸਮੇਂ ਦੇ ਜਿਹੜੇ ਜੀਵ ਨੇ ਨਾ ਉਹ ਵਿਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਗਲਤਾਨ ਹੋ ਗਏ ਨੇ। ਵੈਸੇ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਸੋਈ ਚੰਦ ਚੜ੍ਹੇ ਸੇ ਤਾਰੇ। ਜਿਹੜੇ ਪਿਛਲੇ ਯੁੱਗਾਂ ਦੇ ਵਿੱਚ ਸਤਿਯੁਗ ਦੁਆਪਰ ਤ੍ਰੇਤਾ ਯੁੱਗ ਇਹਨਾਂ ਯੁੱਗਾਂ ਦੇ ਵਿੱਚ ਜਿਹੜਾ ਚੰਦ ਸੀ ਜਿਹੜਾ ਚੰਦਰਮਾ ਇਹਨਾਂ ਤਿੰਨਾਂ ਯੁੱਗਾਂ ਦੇ ਵਿੱਚ ਪਹਿਲਾਂ ਚੜ੍ਹਦਾ ਰਿਹਾ ਹੈ ਨਾ ਸਤਿਯੁਗ ਦੁਆਪਰ ਤ੍ਰੇਤਾ ਉਹ ਹੀ ਚੰਦਰਮਾ ਹੁਣ ਚੜ੍ਹ ਰਿਹਾ ਹੈ। ਸੋਈ ਚੰਦ ਚੜ੍ਹੇ ਸੇ ਤਾਰੇ ਉਹ ਹੀ ਤਾਰੇ ਹਨ ਆਕਾਸ਼ ਦੇ ਵਿੱਚ। ਸੋਈ ਦਿਨਿਅਰ ਤਪਤ ਰਹਿ। ਤੇ ਉਹ ਹੀ ਦਿਨਿਅਰ ਤੋਂ ਭਾਵ ਹੈ ਦਿਨ ਦੇ ਵਿੱਚ ਚੜ੍ਹਨ ਵਾਲਾ ਕੀ ਹੈ ਸੂਰਜ। ਰਾਤ ਦੇ ਸਮੇਂ ਚੰਦਰਮਾ ਚੜ੍ਹਦਾ ਏ ਤੇ ਤਾਰੇ ਵੀ ਰਾਤ ਦੇ ਸਮੇਂ ਹੀ ਹੁੰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਕਿ ਉਹ ਹੀ ਚੰਦਰਮਾ ਹੈ ਉਹ ਹੀ ਤਾਰੇ ਨੇ ਤੇ ਉਹ ਹੀ ਦਿਨਿਅਰ ਭਾਵ ਕੇ ਸੂਰਜ ਹੈ ਉਹ ਤਪਸ਼ ਦੇ ਰਿਹਾ ਹੈ ਜੀਵਾਂ ਨੂੰ ਗਰਮੀ ਦੇ ਰਿਹਾ ਹੈ ਤੋ ਗਰਮਾਇਸ਼ ਦੇ ਰਿਹਾ ਹੈ। ਉਹ ਹੀ ਚੰਦਰਮਾ ਨੇ ਅਤੇ ਉਹ ਹੀ ਤਾਰੇ ਨੇ ਉਹ ਹੀ ਸੂਰਜ ਚੜ੍ਹਿਆ ਹੋਇਆ ਹੈ ਅੱਜ ਦੇ ਸਮੇਂ ਕਲਯੁਗ ਦੇ ਵਿੱਚ ਵੀ। ਤੇ ਸਤਯੁਗ ਦੁਆਪਰ ਤ੍ਰੇਤੇ ਦੇ ਵਿੱਚ ਵੀ ਇਹੋ ਹੀ ਸੂਰਜ ਇਹੋ ਹੀ ਚੰਦਰਮਾ ਅਤੇ ਇਹੋ ਹੀ ਤਾਰੇ ਸਨ। ਸਾ ਧਰਤੀ ਸੋ ਕੌਣ ਝੁਲਾਰੇ। ਉਹ ਹੀ ਧਰਤੀ ਸੀ ਜਿਹੜੀ ਧਰਤੀ ਹੁਣ ਹੈ ਨਾ ਕਲਯੁਗ ਦੇ ਸਮੇਂ ਦੇ ਵਿੱਚ ਉਹ ਹੀ ਧਰਤੀ ਸਤਯੁਗ ਦੁਆਪਰ ਤ੍ਰੇਤੇ ਦੇ ਵਿੱਚ ਹੋਈ ਹੈ ਤੇ ਉਹ ਹੀ ਪਾਉਣ ਦੇ ਝੋਲੇ ਆ ਰਹੇ ਨੇ ਪਾਉਣ ਦਾ ਝੋਕਾ ਆ ਰਿਹਾ ਹੈ। ਕਹਿਣ ਤੋਂ ਭਾਵ ਕਿ ਪਾਉਣ ਦੇ ਹੁਲਾਰੇ ਆ ਰਹੇ ਨੇ ਹਵਾ ਦੇ ਹੁਲਾਰੇ ਆ ਰਹੇ ਨੇ ਅਤੇ ਜਿਸ ਪ੍ਰਕਾਰ ਜੀਵਾਂ ਦੇ ਅੰਦਰ ਸਵਾਸ ਉਹ ਹੀ ਚੱਲ ਰਹੇ ਸਨ ਉਸੇ ਹੀ ਤਰ੍ਹਾਂ ਦੇ ਜੀਵ ਨੇ ਸਾਰੇ ਹੀ ਜੀਵਾਂ ਦੀਆਂ ਦੇਹਾਂ ਵੀ ਉਸੇ ਤਰ੍ਹਾਂ ਦੀਆਂ ਹਨ ਤੇ ਉਸੇ ਹੀ ਤਰ੍ਹਾਂ ਜੀਵਾਂ ਦੀ ਦੇਹੀ ਦੇ ਵਿੱਚ ਪਾਉਣ ਜਿਹੜੇ ਸਵਾਸ ਨੇ ਉਹ ਚੱਲ ਰਹੇ ਨੇ। ਜੁਗ ਜੀ ਖੇਲੇ ਥਾਵ ਕੈਸੇ। ਤੋ ਸਤਿਗੁਰੂ ਜੀ ਬਚਨ ਕਹਿੰਦੇ ਹਨ ਕਿ ਜਿਹੜੇ ਯੁੱਗਾਂ ਦੇ ਵਿੱਚ ਪਹਿਲਾਂ ਜੀਵ ਸਨ ਉਸੇ ਤਰ੍ਹਾਂ ਦੇ ਜੀਵ ਨੇ। ਤੋ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜੀਵ ਯੁੱਗ ਦੇ ਪ੍ਰਭਾਵ ਦੇ ਹੇਠ ਖੇਲ ਰਹੇ ਨੇ। ਯੁੱਗ ਦੇ ਪ੍ਰਭਾਵ ਦੇ ਹੇਠ ਕਲਯੁਗ ਦੀ ਜਿਹੜੀ ਤੱਤੀ ਕਿਰਿਆ ਹੈ ਨਾ ਉਹਦੇ ਅਨੁਸਾਰ ਜੀਵ ਖੇਲ ਰਹੇ ਨੇ। ਜਿਵੇਂ ਬਚਨ ਕੀਤੇ ਨੇ ਕਿ ਕਲ ਤਾਤੀ ਠੰਡਾ ਹਰ ਨਾਓ। ਕਲਯੁਗ ਦੀ ਕਿਰਿਆ ਤੱਤੀ ਹੈ ਤੇ ਪ੍ਰਮਾਤਮਾ ਦਾ ਨਾਮ ਠੰਡਾ ਹੈ। ਇਸੇ ਹੀ ਤਰ੍ਹਾਂ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਕਲਯੁਗ ਦਾ ਪ੍ਰਭਾਵ ਹੈ ਜੀਵਾਂ ਦੇ ਉੱਤੇ ਇਸੇ ਕਰਕੇ ਹੀ ਜੀਵਾਂ ਦੀ ਬਿਰਤੀ ਮਲੀਨ ਹੋ ਗਈ ਹੈ ਤੇ ਯੁੱਗ ਜੀ ਖੇਲੇ ਥਾਵ ਕੈਸੇ। ਕਲਯੁਗ ਦੇ ਪ੍ਰਭਾਵ ਦੇ ਹੇਠ ਜੀਵ ਖੇਲ ਰਹੇ ਨੇ। ਥਾਵ ਕੈਸੇ ਜੋ ਪ੍ਰਮਾਤਮਾ ਦੀ ਪ੍ਰਾਪਤੀ ਰੂਪ ਜਿਹੜਾ ਥਾਂ ਹੈ ਨਾ ਉਹ ਕਿਵੇਂ ਪ੍ਰਾਪਤ ਕਰਨਗੇ। ਉਹ ਨਹੀਂ ਪ੍ਰਮਾਤਮਾ ਦੀ ਭਗਤੀ ਤੋਂ ਬਿਨਾਂ ਸੇਵਾ ਸਿਮਰਨ ਤੋਂ ਬਿਨਾਂ ਸੰਗਤ ਤੋਂ ਬਿਨਾਂ ਪ੍ਰਮਾਤਮਾ ਦੀ ਭਗਤੀ ਰੂਪ ਥਾਂ ਤੇ ਜਾਂ ਪ੍ਰਮਾਤਮਾ ਦੇ ਭਗਤੀ ਕਰ ਕਰਕੇ ਸੰਗਤ ਕਰਕੇ ਸੇਵਾ ਸਿਮਰਨ ਕਰਕੇ ਜਿਹੜਾ ਮਨੁੱਖਾ ਜਨਮ ਨੂੰ ਸਫਲ ਕਰਨਾ ਹੈ ਅਤੇ ਸੰਗਤ ਰੂਪ ਅਸਥਾਨ ਦੀ ਪ੍ਰਾਪਤੀ ਕਰਨੀ ਹੈ ਉਹ ਕਿਸ ਪ੍ਰਕਾਰ ਹੋ ਸਕਦਾ ਹੈ। ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਪੂਰੇ ਸਤਿਗੁਰੂ ਜੀ ਦੀ ਦਇਆ ਤੋਂ ਬਿਨਾਂ ਸ੍ਰੇਸ਼ਟ ਸੰਗਤ ਰੂਪ ਅਸਥਾਨ ਨਹੀਂ ਮਿਲ ਸਕਦਾ। ਤੇ ਇਸੇ ਹੀ ਤਰ੍ਹਾਂ ਫਿਰ ਹਿਰਦੇ ਰੂਪ ਥਾਂ ਦੇ ਵਿੱਚ ਹਿਰਦੇ ਰੂਪ ਸਥਾਨ ਦੇ ਉੱਤੇ ਭਗਤੀ ਪ੍ਰਾਪਤ ਨਹੀਂ ਹੋ ਸਕਦੀ ਕਿਸੇ ਵੀ ਪ੍ਰਕਾਰ
ਜੇ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਨਾ ਬਣੀਏ। ਜੀਵਨ ਤਲਬ ਨਿਵਾਰ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਇਹ ਪ੍ਰਾਣਾ ਧਾਰੀ ਜੀਵ ਜੀਵਨ ਦੀ ਜਿਹੜੀ ਤਲਬ ਹੈ ਨਾ ਉਹ ਨਿਵਰਤ ਕਰ ਦੇਣਾ ਕਰ। ਜੀਵਨ ਤਲਬ ਨਿਵਾਰ, ਜੀਵਨ ਦੀ ਜਿਹੜੀ ਤਲਬ ਹੈ ਉਹ ਖਤਮ ਕਰ ਦੇਣਾ ਕਰ। ਭਾਵ ਕਿ ਕਲਪਨਾ ਹੈ ਜਿਹੜੀ ਉਹ ਖਤਮ ਕਰ ਦੇ ਆਪਣੇ ਹਿਰਦੇ ਦੇ ਵਿੱਚੋਂ। ਜਦੋਂ ਕਲਪਨਾ ਖਤਮ ਹੋ ਗਈ ਤੇ ਫਿਰ ਹਰੇਕ ਪ੍ਰਕਾਰ ਤੇਰੀ ਜ਼ਿੰਦਗੀ ਜਿਹੜੀ ਹੈ, ਜੀਵਨ ਜਿਹੜਾ ਤੇਰਾ ਹੈ ਉਹ ਸੁਧਰ ਜਾਵੇਗਾ। ਇਸ ਕਰਕੇ ਜੀਵਨ ਤਲਬ ਨੂੰ ਨਿਵਾਰ ਦੇਣਾ ਕਰ। ਭਾਵ ਕਿ ਜ਼ਿੰਦਗੀ ਦੇਣ ਵਾਲੇ ਪਰਮੇਸ਼ਰ ਨੂੰ ਆਪਣੀ ਚੇਤਨ ਸਤਾ ਦੇ ਸਹਿਤ ਮੰਨਣਾ ਕਰ। ਕਹਿਣ ਤੋਂ ਭਾਵ ਕਿ ਜ਼ਿੰਦਗੀ ਦੇਣ ਵਾਲਾ ਜਿਹੜਾ ਪਰਮੇਸ਼ਰ ਹੈ ਨਾ, ਜੋ ਉਹਨੂੰ ਹੀ ਆਪਣਾ ਜੀਵਨ ਜਾਣਨਾ ਕਰ। ਅਤੇ ਜੋ ਕਲਯੁਗੀ ਜਿਹੜੇ ਜੀਵ ਨੇ ਉਹਨਾਂ ਦੇ ਅੰਦਰੋਂ ਸੰਪੂਰਨ ਤੌਰ ਤੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਤਲਬ ਉਹ ਨਿਵਰਤ ਹੋ ਗਈ ਹੈ। ਕਹਿਣ ਤੋਂ ਭਾਵ ਕਿ ਪ੍ਰਮਾਤਮਾ ਵਾਹਿਗੁਰੂ ਜੀ ਦਾ ਡਰ, ਭਉ, ਭਗਤੀ ਇਹਨਾਂ ਜੀਵਾਂ ਦੇ ਅੰਦਰੋਂ ਖਤਮ ਹੋ ਗਈ ਹੈ। ਤੋ ਫਿਰ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਬਚਨ ਕਰਦੇ ਨੇ, ਕਲਯੁਗ ਦੇ ਸਮੇਂ ਦੇ ਵਿੱਚ ਜੀਵਨ ਦੀ ਇੱਛਾ ਹੈ ਜੋ ਅੰਦਰੋਂ ਨਿਵਰਤ ਕਰ ਦੇਣਾ ਕਰ। ਕਹਿਣ ਤੋਂ ਭਾਵ ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਗੁਰੂ ਕੇ ਸਿੱਖਾ, ਜੋ ਤੇਰਾ ਜੀਵਨ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੀ ਹੈ। ਜੀਵਨ ਜ਼ਿੰਦਗੀ ਬਹੁਤਾ ਜ਼ਿਆਦਾ ਜੀਣ ਦੀ ਇੱਛਾ ਕਰਨੀ, ਜਿਵੇਂ ਖਾਨ ਜੀਵਨ ਕੀ ਬਹੁਤੀ ਆਸ, ਲੇਖੈ ਤੇਰਾ ਸਾਸ ਗਿਰਾਸ। ਖਾਣ ਪੀਣ ਦੀ ਅਤੇ ਜੀਵਨ ਲੰਮਾ ਰੱਖਣ ਦੀ ਤੇਰੇ ਅੰਦਰ ਬਹੁਤੀ ਜ਼ਿਆਦਾ ਇੱਛਾ ਹੈ। ਸਤਿਗੁਰੂ ਜੀ ਬਚਨ ਕਰਦੇ ਕਿ ਇਹ ਨਿਵਰਤ ਕਰ ਦੇਣਾ ਕਰ ਅਤੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ। ਪ੍ਰਮਾਤਮਾ ਦਾ ਭਜਨ ਕਰਨਾ, ਸੇਵਾ ਕਰਨੀ, ਸਿਮਰਨ ਕਰਨਾ, ਤੇ ਇਹ ਜੋ ਜੀਵਨ ਹੈ ਨਾ ਇਹ ਨਿਵਰਤ ਕਰ ਦਿੱਤਾ ਹੈ। ਦੋਵੇਂ ਪਾਸੇ ਅਰਥ ਲੱਗਦਾ ਹੈ। ਤੋ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਸੇਵਾ ਸਿਮਰਨ ਕਰਨਾ, ਬੰਦਗੀ ਕਰਨੀ, ਇਹ ਜਿਹੜਾ ਜੀਵਨ ਹੈ ਇਹ ਨਿਵਰਤ ਕਰ ਦਿੱਤਾ ਹੈ। ਇਹ ਤੂੰ ਤਿਆਗ ਦੇਣਾ ਕੀਤਾ ਹੈ। ਪਰਮਾਤਮਾ ਦੀ ਭਗਤੀ ਹਿਰਦੇ ਦੇ ਵਿੱਚ ਧਾਰਨ ਕਰ, ਤਾਂ ਤੇਰਾ ਜੀਵਨ ਸੁਖਾਲਾ ਹੋਵੇਗਾ, ਸੌਖਾ ਹੋਵੇਗਾ। ਹੋਵੇ ਪਰਵਾਣਾ ਕਰਹਿ ਟਿੰਗਾਣਾ। ਹਾਂਜੀ, ਅੱਜ ਦੇ ਸਮੇਂ ਦੇ ਵਿੱਚ, ਕਲਯੁਗ ਦੇ ਸਮੇਂ ਦੇ ਵਿੱਚ ਉਹ ਪ੍ਰਵਾਨ ਹੈ। ਕਲਯੁਗ ਦੇ ਸਮੇਂ ਦੇ ਵਿੱਚ ਉਹਦੀ ਜੈ ਜੈਕਾਰ ਹੁੰਦੀ ਹੈ। ਕਰੇ ਧਿੰਗਾਣਾ, ਜਿਹੜਾ ਧੱਕੇਸ਼ਾਹੀ ਕਰਦਾ ਹੈ, ਧੋਖੇਬਾਜ਼ੀਆਂ ਕਰਦਾ, ਦਗੇਬਾਜ਼ੀਆਂ ਕਰਦਾ ਹੈ, ਅਪਰਾਧ ਕਰਦਾ ਹੈ, ਕਲਯੁਗ ਦੇ ਸਮੇਂ ਦੇ ਵਿੱਚ ਉਹਨੂੰ ਪ੍ਰਵਾਨ ਕੀਤਾ ਜਾਂਦਾ ਹੈ। ਉਹਦੀ ਜੈ ਜੈਕਾਰ ਹੁੰਦੀ ਹੈ। ਹੋਵੇ ਪਰਵਾਣਾ ਕਰਹਿ ਧਿੰਗਾਣਾ, ਜਿਹੜਾ ਧੱਕੇਸ਼ਾਹੀਆਂ ਕਰਦਾ ਉਹਨੂੰ ਪ੍ਰਵਾਨ ਕੀਤਾ ਜਾਂਦਾ ਹੈ। ਕਲਯੁਗ ਦੇ ਸਮੇਂ ਦੇ ਜੀਵ ਨੇ ਨਾ ਜਿਹੜੇ ਉਹਨੂੰ ਪ੍ਰਵਾਨ ਕਰਦੇ ਨੇ। ਝੂਠੇ ਦੇ ਮਗਰ ਲੈਣਾ ਲੱਗੀਆਂ ਹੋਣਗੀਆਂ ਅਤੇ ਸੱਚ ਧਰਮ ਦੀ ਕਮਾਈ ਕਰਨੀ, ਉਧਰਲੇ ਪਾਸੇ ਨੂੰ ਜੀਵਾਂ ਦੀ ਗਿਣਤੀ ਘੱਟ ਹੁੰਦੀ ਹੈ। ਕਾਲ ਲਖਣ ਵਿਚਾਰ। ਕਾਲ ਲਖਣ ਕਲਯੁਗ ਦੇ ਲਕਸ਼ਣ ਨੇ। ਇਹ ਕਲਯੁਗ ਦੇ ਜਿਹੜੇ ਲੱਛਣ ਨੇ ਨਾ ਐਸੇ ਹਨ, ਐਸੀ ਹਾਲਤ ਹੈ ਕਲਯੁਗ ਦੇ ਜੀਵਾਂ ਦੀ। ਜੋ ਹੋਵੇ ਪਰਵਾਣਾ ਕਰਹਿ ਧਿੰਗਾਣਾ, ਉਹਦੇ ਪਿੱਛੇ ਸਾਰੀ ਦੁਨੀਆ ਤੁਰੀ ਫਿਰਦੀ ਹੈ। ਜਿਹੜਾ ਧੱਕੇਸ਼ਾਹੀ ਕਰਦਾ ਹੈ, ਧੋਖੇਬਾਜ਼ ਹੈ, ਦਗੇਬਾਜ਼ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ। ਕਿਤੈ ਦੇਸ ਨਾ ਆਇਆ ਸੁਣੀਐ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਹ ਪ੍ਰਾਣਾ ਧਾਰੀ ਜੀਵ ਇਹ ਵਿਚਾਰ ਕੇ ਦੇਖੋ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਕਿਤੈ ਦੇਸ ਨਾ ਆਇਆ ਸੁਣੀਐ। ਜਿਹੜਾ ਕਲਯੁਗ ਹੈ ਨਾ, ਕਲਯੁਗ ਜੀਵ ਕਹਿੰਦਾ ਫਿਰਦਾ ਹੈ ਕਿ ਕਲਯੁਗ ਦਾ ਸਮਾਂ, ਕਲਯੁਗ ਦਾ ਸਮਾਂ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਕਿਤੈ ਦੇਸ ਨਾ ਆਇਆ ਸੁਣੀਐ। ਕਲਯੁਗ ਹੈ ਜਿਹੜਾ ਕਿਸੇ ਦੇਸ਼ ਦੇ ਵਿੱਚ ਆਇਆ ਨਹੀਂ ਸੁਣਿਆ। ਤੀਰਥ ਪਾਸ ਨਾ ਬੈਠਾ। ਤੇ ਨਾ ਹੀ ਤੀਰਥ ਦੇ ਕੰਢੇ ਤੇ ਬੈਠਾ ਹੈ ਕਲਯੁਗ। ਦਾਤਾ ਦਾਨ ਕਰੇ ਤਹ ਨਾਹੀ। ਜਿਹੜੇ ਦਾਤਾ ਦਾਨੀ ਬਣ ਕੇ, ਦਾਤੇ ਬਣ ਕੇ ਦਾਨ ਕਰਦੇ ਨੇ, ਉੱਥੇ ਵੀ ਕਲਯੁਗ ਨਹੀਂ ਹੈ। ਮਹਲ ਉਸਾਰ ਨਾ ਬੈਠਾ। ਤੇ ਨਾ ਹੀ ਮਹਿਲ ਉਸਾਰ ਕੇ ਬੈਠਾ ਹੈ। ਕਲਯੁਗ ਕਿਤੇ ਮਹਿਲ ਉਸਾਰ ਕੇ ਵੀ ਨਹੀਂ ਬੈਠਾ। ਦਾਤਾ ਦਾਨ ਕਰੇ ਤਹ ਨਾਹੀ। ਜਿੱਥੇ ਦਾਨੀ ਦਾਨ ਕਰਦੇ ਨੇ,
ਜਿਹੜੇ ਇਕੱਲੇ ਦਾਨ ਕਰਨ ਵਾਲੇ ਨੇ ਨਾ, ਨਾਮ ਨਹੀਂ ਜਪਦੇ, ਤੋ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਨਾਮ ਜਪਣ ਤੋਂ ਬਿਨਾਂ ਉਹਨਾਂ ਨੂੰ ਸੰਪੂਰਨ ਤੌਰ 'ਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਦਾਤਾ ਦਾਨ ਕਰੇ ਤਹਿ ਨਾਹੀਂ। ਜਿੱਥੇ ਦਾਨੀ ਦਾਨ ਕਰਦੇ ਨੇ, ਦਾਨੀ ਪੁਰਸ਼ ਨੇ, ਉੱਥੇ ਵੀ ਨਹੀਂ ਹੈ ਕਲਯੁਗ, ਮਹਲ ਉਸਾਰ ਨਾ ਬੈਠਾ ਤੇ ਨਾ ਹੀ ਕਲਯੁਗ ਮਹਿਲ ਉਸਾਰ ਕੇ ਬੈਠਾ ਹੈ। ਜੇ ਕੋ ਸਤ ਕਰੇ ਸੋ ਚੀਜੈ। ਕਲਯੁਗ ਦੇ ਸਮੇਂ ਦੀ ਐਸੀ ਹਾਲਤ ਹੈ ਕਿ ਜੇ ਕੋ ਸਤ ਕਰੈ ਸੋ ਛੀਜੈ। ਜੇ ਕੋਈ ਸਤ ਧਰਮ ਦੇ ਕਰਮ ਕਰਦਾ ਹੈ, ਭਾਵ ਕਿ ਸਤ ਪ੍ਰਤੱਗੀ ਹੁੰਦਾ ਹੈ, ਜੇ ਕਿਸੇ ਨੇ ਜੋ ਸਤ ਪ੍ਰਤੱਗੀ ਰਹਿਣ ਦਾ ਪ੍ਰਣ ਕਰ ਲਿਆ ਹੈ ਨਾ, ਤੇ ਸੋ ਛੀਜੈ। ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਉਹਦਾ ਜਿਹੜਾ ਸਤ ਧਰਮ ਹੈ, ਉਹਨੂੰ ਮਿੱਟੀ ਦੇ ਵਿੱਚ ਦੁਨੀਆ ਦੇ ਲੋਕ ਮਿਲਾ ਦਿੰਦੇ ਨੇ। ਕਹਿਣ ਤੋਂ ਭਾਵ ਕਿ ਝੂਠੇ ਹੀ ਐਲੀਗੇਸ਼ਨ ਲਾ ਕੇ ਤੇ ਉਹਦੇ ਜੀਵਨ ਨੂੰ ਖਤਮ ਕਰ ਦਿੰਦੇ ਨੇ। ਤੋ ਉਹਦੀ ਜਿਹੜੀ ਹੋ ਰਹੀ ਸੋਭਾ ਉਹ ਖਤਮ ਕਰਨਾ ਚਾਹੁੰਦੇ ਨੇ ਦੁਨੀਆ ਦੇ ਲੋਕ। ਐਸੀ ਹਾਲਤ ਹੈ ਦੁਨੀਆ ਦੇ ਲੋਕਾਂ ਦੀ। ਜੇ ਕੋ ਸਤ ਕਰੇ ਸੋ ਛੀਜੈ। ਜੇ ਕੋਈ ਸਤ ਧਰਮ ਦੇ ਉੱਪਰ ਚੱਲਣਾ ਚਾਹੁੰਦਾ ਹੈ ਨਾ, ਤੇ ਉਹਦਾ ਵੀ ਜੋ ਸਤ ਧਰਮ ਨਾਸ ਕਰ ਦਿੰਦੇ ਨੇ ਇਹ ਦੁਨੀਆ ਦੇ ਲੋਕ। ਤੇ ਜਾਂ ਕਲਯੁਗ ਦੀ ਤੱਤੀ ਕਿਰਿਆ ਐਸੀ ਹੈ ਕਿ ਜੇ ਕੋਈ ਸਤ ਧਰਮ ਦੇ ਉੱਪਰ ਰਹਿਣਾ ਚਾਹਵੇ ਤੇ ਕਲਯੁਗ ਦੀ ਐਸੀ ਕਿਰਿਆ ਹੈ, ਕਲਯੁਗ ਦਾ ਐਸਾ ਪ੍ਰਭਾਵ ਹੈ ਕਿ ਉਹਦਾ ਵੀ ਸਤ ਧਰਮ ਨਾਸ ਕਰ ਦਿੰਦਾ ਹੈ। ਤਪ ਘਰ ਤਪ ਨਾ ਹੋਈ। ਤੋ ਜੇ ਘਰ ਦੇ ਵਿੱਚ ਬੈਠ ਕੇ ਕੋਈ ਤਪ ਕਰਦਾ ਹੈ, ਤੇ ਇਸੇ ਹੀ ਤਰ੍ਹਾਂ ਜੇ ਕੋਈ ਤਪ ਦਾ ਘਰ ਬਣਨਾ ਚਾਹਵੇ, ਕਹਿਣ ਤੋਂ ਭਾਵ ਕਿ ਬਹੁਤਾ ਜ਼ਿਆਦਾ ਤਪ ਕਰਨਾ ਚਾਹੇ ਤੇ ਤਪ ਨਾ ਹੋਈ, ਉਹਦੇ ਕੋਲੋਂ ਵੀ ਸੰਪੂਰਨ ਤੌਰ 'ਤੇ ਤਪ ਹੋ ਨਹੀਂ ਸਕਦਾ। ਕਲਯੁਗ ਦੇ ਸਮੇਂ ਦਾ ਪ੍ਰਭਾਵ ਐਸਾ ਹੈ। ਜੇ ਕੋ ਨਾਉ ਲਏ ਬਦਨਾਵੀ। ਹਾਂਜੀ, ਸਤਿਗੁਰੂ ਜੀ ਨੇ ਬਚਨ ਕੀਤੇ ਕਿ ਜਿਹੜੇ ਜੀਵ ਨਾਮ ਲੈਂਦੇ ਨੇ ਨਾ, ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਲੈਂਦੇ ਨੇ, ਬੰਦਗੀ ਕਰਦੇ ਨੇ, ਜਿਹੜੇ ਨਾਮ ਲੈਂਦੇ ਨੇ, ਬਦਨਾਵੀ। ਕਲਯੁਗ ਦੇ ਸਮੇਂ ਦੇ ਵਿੱਚ ਤਾਂ ਕਲਯੁਗ ਦੀ ਐਸੀ ਕਿਰਿਆ ਤੱਤੀ ਹੈ, ਕਲਯੁਗ ਦੇ ਜੀਵ ਐਸੇ ਨੇ ਕਿ ਉਹਦੀ ਬਦਨਾਮੀ ਕਰਦੇ ਨੇ। ਕਹਿੰਦੇ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ। ਪਹਿਲਾਂ ਸਾਰੀ ਜ਼ਿੰਦਗੀ ਦੇ ਵਿੱਚ ਪਾਪ ਕਰਮ ਕੀਤੇ ਨੇ ਤੇ ਹੁਣ ਨਾਮ ਜਪਣ ਲੱਗ ਪਿਆ ਹੈ, ਹੁਣ ਭਗਤ ਬਣ ਕੇ ਬੈਠ ਗਿਆ ਹੈ। ਐਸੀ ਹਾਲਤ ਹੈ ਦੁਨੀਆ ਦੇ ਲੋਕਾਂ ਦੀ। ਤੇ ਵਚਨ ਹਨ ਕਿ ਜੇ ਕੋ ਨਾਉ ਲਏ ਬਦਨਾਵੀ। ਜੇ ਕੋਈ ਨਾਮ ਲੈਂਦਾ ਹੈ ਨਾ, ਤੇ ਦੁਨੀਆ ਦੇ ਲੋਕ, ਕਲਯੁਗੀ ਜੀਵ, ਉਹਦੀ ਵੀ ਬਦਨਾਮੀ ਕਰਦੇ ਨੇ। ਕਾਲ ਕੇ ਲਖਣ ਏਈ। ਕਲਯੁਗ ਦੇ ਸਮੇਂ ਦੇ ਐਸੇ ਲੱਛਣ ਨੇ, ਜਾਂ ਕਲਯੁਗੀ ਜੀਵਾਂ ਦੇ ਐਸੇ ਲੱਛਣ ਨੇ, ਐਸੀ ਆਦਤ ਬਣੀ ਹੋਈ ਹੈ ਇਹਨਾਂ ਜੀਵਾਂ ਦੀ। ਜਿਸ ਸਿੱਖਦਾਰੀ ਤਿਸਹਿ ਖੁਆਰੀ। ਹਾਂਜੀ, ਜਿਸ ਦੀ ਸਿੱਖਦਾਰੀ ਹੈ, ਸਿੱਖਦਾਰੀ, ਠਾਣੇਦਾਰੀ, ਸਰਦਾਰੀ, ਅਤੇ ਜਿਹੜਾ ਉੱਚਾ ਹੈ, ਭਾਵ ਕਿ ਜਗਤ ਦੇ ਜੀਵਾਂ ਦੇ ਨਾਲੋਂ ਧਨ ਪਦਾਰਥ ਕਰਕੇ ਉੱਚਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਸ ਸਿੱਖਦਾਰੀ ਤਿਸਹਿ ਖੁਆਰੀ। ਉਹਨੂੰ ਖੁਆਰ ਹੀ ਹੋਣਾ ਪੈਂਦਾ ਹੈ। ਕਿਸ ਪ੍ਰਕਾਰ ਖੁਆਰ ਹੋਣਾ ਪੈਂਦਾ? ਚਾਕਰ ਕੇਹੇ ਡਰਣਾ। ਅਤੇ ਜਿਹੜੇ ਚਾਕਰ ਨੇ ਨਾ, ਚਾਕਰ, ਸਿੱਖਦਾਰ, ਚੌਧਰੀ ਅਤੇ ਸਰਦਾਰ ਦੇ ਜਿਹੜੇ ਚਾਕਰ ਨੇ, ਉਹ ਹੀ ਉਹਦੀ ਨਿੰਦਿਆ ਕਰਦੇ ਹਨ। ਤੇ ਉਹ ਚਾਕਰ ਕਹਿੰਦੇ ਨੇ ਕਿ ਸਾਨੂੰ ਕਾਹਦਾ ਡਰ ਹੈ। ਤੋ ਇਸ ਪ੍ਰਕਾਰ ਨਿਡਰ ਹੋ ਕੇ ਜਿਹੜੇ ਚਾਕਰ ਨੌਕਰ ਨੇ, ਉਹ ਹੀ ਸਰਦਾਰ ਦੀ, ਜਿਸ ਦੀ ਜੈ ਜੈਕਾਰ ਹੁੰਦੀ ਹੈ ਅਤੇ ਜਿਸ ਦੇ ਪਾਸੋਂ ਲੈ ਕੇ ਖਾਂਦੇ ਨੇ, ਤੇ ਉਹਦੀ ਹੀ ਨਿੰਦਿਆ ਕਰਦੇ ਹਨ। ਕਲਯੁਗ ਦੇ ਸਮੇਂ ਦੀ ਐਸੀ ਰੀਤੀ ਹੈ, ਭਾਵ ਕਿ ਕੋਈ ਵੀ ਕਿਸੇ ਦਾ ਜੋ ਅਹਿਸਾਨਮੰਦ ਨਹੀਂ ਹੁੰਦਾ। ਜੇ ਕਿਸੇ ਨੇ ਕਿਸੇ ਦੇ ਉੱਪਰ ਪਰਉਪਕਾਰ ਕੀਤਾ ਹੈ ਨਾ, ਤੇ ਉਹ ਕੀਤੇ ਹੋਏ ਪਰਉਪਕਾਰ ਨੂੰ ਯਾਦ ਹੀ ਨਹੀਂ ਰੱਖਦੇ। ਕਲਯੁਗ ਦੇ ਸਮੇਂ ਦੇ ਐਸੇ ਜੀਵ ਨੇ। ਜਾ ਸਿੱਖਦਾਰੈ ਪਵੈ ਜੰਜੀਰੀ। ਹਾਂਜੀ, ਜਦੋਂ ਸਿੱਖਦਾਰ, ਚੌਧਰੀ, ਸਰਦਾਰ ਦੇ ਗਲ ਦੇ ਵਿੱਚ ਜੰਜੀਰੀ ਪੈਂਦੀ ਹੈ, ਤਾਂ ਚਾਕਰ ਹੱਥੋਂ ਮਰਨਾ। ਤਾਂ ਫਿਰ ਨੌਕਰ ਦੇ ਹੱਥੋਂ ਹੀ ਉਹ ਮਰਦੇ ਨੇ, ਭਾਵ ਕਿ ਨੌਕਰ ਹੀ ਉਹਨੂੰ ਮਾਰਦਾ ਹੈ। ਫਿਰ ਇਸੇ ਹੀ ਤਰ੍ਹਾਂ ਬਚਨ ਨੇ
ਕਿ ਜੇ ਕੋਈ ਸਿੱਖਦਾਰੀ ਸਰਦਾਰੀ ਪ੍ਰਾਪਤ ਕਰਕੇ ਚੌਧਰ ਪ੍ਰਾਪਤ ਕਰਕੇ ਪਰਮਾਤਮਾ ਨੂੰ ਭੁਲਾ ਦੇਵੇ ਹਿਰਦੇ ਦੇ ਵਿੱਚੋਂ, ਪਾਪ ਕਰਮ ਕਰਨ ਲੱਗ ਪਵੇ, ਤੇ ਫਿਰ ਜਿਹੜਾ ਸਿੱਖਦਾਰ ਚੌਧਰੀ ਹੈ ਉਹਦੇ ਗਲ ਦੇ ਵਿੱਚ ਜੰਜੀਰੀ ਫਿਰ ਚਾਕਰ ਹੀ ਪਾਉਂਦੇ ਨੇ। ਕਹਿਣ ਤੋਂ ਭਾਵ ਸਿੱਧੀ ਉਦਾਹਰਨ ਹੈ, ਜਿਵੇਂ ਇੰਦਰਾ ਪਾਪਣ ਨੇ ਜੋ ਪਰਮਾਤਮਾ ਦੇ ਬਖਸ਼ਿਸ਼ ਪ੍ਰਾਪਤ ਕਰਕੇ ਤੇ ਦੁਨੀਆ ਦੀ ਚੌਧਰ ਪ੍ਰਾਪਤ ਕੀਤੀ, ਭਾਵ ਕਿ ਵੱਡਾ ਮਰਤਬਾ ਪ੍ਰਾਪਤ ਕੀਤਾ, ਦੇਸ਼ ਦੀ ਪ੍ਰਧਾਨ ਮੰਤਰੀ ਹੋਈ ਤੇ ਦੇਸ਼ ਦੀ ਪ੍ਰਧਾਨਤਾ ਮਿਲ ਗਈ ਜਦੋਂ, ਤੇ ਉਦੋਂ ਉਸ ਸਮੇਂ ਹੰਕਾਰ ਦੇ ਵਿੱਚ ਆ ਗਈ। ਹੰਕਾਰ ਦੇ ਵਿੱਚ ਐਸਾ ਆਈ ਕਿ ਸੱਚੇ ਸੁੱਚੇ ਮਹਾਂਪੁਰਖਾਂ ਦੇ ਬਚਨ ਸੁਣ ਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜਦੋਂ ਦਿੱਲੀ ਦੇ ਵਿੱਚ ਗਏ, ਵੱਡੇ ਸੰਮੇਲਨ ਦੇ ਉੱਪਰ ਗਏ ਸਨ, ਉੱਥੇ ਸਿੱਖ ਬਹੁਤ ਜ਼ਿਆਦਾ ਇਕੱਤਰ ਸਨ, ਤੇ ਉਹ ਜਿਹੜੇ ਖੁਸ਼ਾਮਦੀਦ ਸਿੱਖ ਸਨ ਉਹਨਾਂ ਨੇ ਚਪਲੀ ਝਾੜ ਜਿਹੜੇ ਲੋਕ ਸਨ ਉਹਨਾਂ ਨੇ ਜਦੋਂ ਇੰਦਰਾ ਆਈ ਤੇ ਇੰਦਰਾ ਦਾ ਉੱਠ ਕੇ ਸਤਿਕਾਰ ਕੀਤਾ। ਇੱਕ ਪਾਸੇ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਗੁਰੂ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠੇ ਸਨ ਤੇ ਮਹਾਂਪੁਰਖਾਂ ਨੇ ਬਚਨ ਕਰਨੇ ਸਨ, ਤੇ ਪਹਿਲਾਂ ਜੋ ਇੰਦਰਾ ਆਈ ਤੇ ਇੰਦਰਾ ਦਾ ਸਤਿਕਾਰ ਕੀਤਾ। ਕਈ ਜਿਹੜੇ ਖੁਸ਼ਾਮਦੀਦ ਸਨ ਉਹਨਾਂ ਨੇ ਉੱਠ ਕੇ ਸਤਿਕਾਰ ਕੀਤਾ, ਅਤੇ ਜੋ ਉਹ ਬੇਅਦਬੀ ਜਦੋਂ ਸਤਿਗੁਰੂ ਜੀ ਦੀ ਕੀਤੀ ਉਹਨਾਂ ਲੋਕਾਂ ਨੇ ਤੇ ਮਹਾਂਪੁਰਖਾਂ ਨੇ ਇਹ ਬਚਨ ਕਹੇ ਸਨ। ਜਦੋਂ ਉਹਨਾਂ ਦਾ ਸਮਾਂ ਆਇਆ, ਸੰਤ ਮਹਾਂਪੁਰਖਾਂ ਦਾ ਜਦੋਂ ਸਮਾਂ ਆਇਆ, ਉਹਨਾਂ ਨੇ ਜਦੋਂ ਪ੍ਰਚਾਰ ਕੀਤਾ ਤੇ ਇਹ ਬਚਨ ਕਹੇ ਸਨ ਕਿ ਬੀਬੀ ਇੰਦਰਾ ਜੇ 100 ਵਾਰ ਜਨਮ ਲੈ ਕੇ ਤੇ ਦਿੱਲੀ ਦੇ ਤਖਤ ਦੇ ਉੱਪਰ ਜੋ ਸਰਦਾਰੀ ਕਰਦਿਆਂ ਹੋਇਆਂ ਬੈਠ ਕੇ ਤੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ 100 ਵਾਰ ਵੀ ਜੋ ਆਵੇ ਤੇ ਫਿਰ ਵੀ ਗੁਰੂ ਸਾਹਿਬ ਜੀ ਦਾ ਅਹਿਸਾਨ ਨਹੀਂ ਚੁਕਾ ਸਕਦੀ। ਕਹਿਣ ਤੋਂ ਭਾਵ ਕਿ ਮਹਾਂਪੁਰਖਾਂ ਨੇ ਬਚਨ ਕੀਤੇ ਸਨ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਹਿੰਦੂ ਧਰਮ ਵਾਸਤੇ ਜੋ ਆਪਣੀ ਕੁਰਬਾਨੀ ਕੀਤੀ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹਿ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧੋਤੀ ਤੇ ਟੋਪੀ ਵਾਸਤੇ ਤਿਲਕ ਜੰਜੂ ਵਾਸਤੇ ਆਪਣੀ ਮਹਾਨ ਸ਼ਹਾਦਤ ਦਿੱਤੀ ਹੈ, ਤੇ ਜੇ ਦਿੱਲੀ ਦਾ ਤਖਤ 100 ਵਾਰ ਵੀ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਆ ਕੇ ਝੁਕੇ, ਆਪਾਂ ਸਮਰਪਿਤ ਕਰੇ, ਤੇ ਫਿਰ ਵੀ ਸਤਿਗੁਰੂ ਜੀ ਦਾ ਅਹਿਸਾਨ ਚੁਕਾ ਨਹੀਂ ਸਕਦੇ। ਜੋ ਸਤਿਗੁਰੂ ਜੀ ਨੇ ਪਰਉਪਕਾਰ ਕੀਤਾ ਉਹਦਾ ਅਹਿਸਾਨ ਪੂਰਨ ਤੌਰ 'ਤੇ ਹਿਸਾਬ ਚੁਕਾ ਨਹੀਂ ਸਕਦੇ। ਤੋ ਇਸ ਪ੍ਰਕਾਰ ਮਹਾਂਪੁਰਖਾਂ ਨੇ ਬਚਨ ਕੀਤੇ ਸਨ ਤੇ ਉਹਨਾਂ ਨੂੰ ਤਾੜਨਾ ਕੀਤੀ ਸੀ। ਜਿਹੜੇ ਖੁਸ਼ਾਮਦੀਦ ਲੋਕਾਂ ਨੇ ਜੋ ਬੀਬੀ ਇੰਦਰਾ ਦੀ ਖੁਸ਼ਾਮਦ ਕੀਤੀ ਸੀ ਉਹਨਾਂ ਨੂੰ ਤਾੜਨਾ ਕੀਤੀ ਸੀ ਕਿ ਸਤਿਗੁਰੂ ਜੀ ਦੀ ਬੇਅਦਬੀ ਕੀਤੀ ਹੈ ਤੁਸੀਂ। ਤੋ ਗੁਰੂ ਕੇ ਸਿੱਖੋ, ਉਹ ਪਾਪਣ ਇੰਦਰਾ ਨੇ ਮਹਾਂਪੁਰਖਾਂ ਦੇ ਬਚਨਾਂ ਸੱਚੇ ਬਚਨ ਸੁਣ ਕੇ ਤੇ ਉਹਨਾਂ ਦਾ ਕਰਕੇ ਗੁੱਸਾ ਕੀਤਾ ਅਤੇ ਇਹ ਕਿਹਾ ਕਿ ਇਹਨਾਂ ਨੂੰ ਖਤਮ ਕਰਨਾ ਹੈ। ਤੋ ਇਸੇ ਹੀ ਕਰਕੇ ਟਕਸਾਲ ਦੇ ਨਾਲ ਜੋ ਭਾਰੀ ਵੈਰ ਪਾਇਆ ਸੀ, ਤੋ ਜਦੋਂ ਮਹਾਂਪੁਰਖਾਂ ਨੇ ਸਿੱਖੀ ਦਾ ਪ੍ਰਚਾਰ ਚੜ੍ਹਦੀ ਕਲਾ ਦੇ ਸਹਿਤ ਕੀਤਾ ਤੇ ਉਸ ਸਮੇਂ ਇੰਦਰਾ ਪਾਪਣ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲਾ ਕੀਤਾ। ਦੇਖੋ, ਇੱਕ ਰੱਬ ਦੇ ਘਰ ਦੇ ਉੱਪਰ ਹੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਪਾਸੋਂ ਵਡਿਆਈ ਲੈ ਕੇ ਤੇ ਪ੍ਰਮਾਤਮਾ ਦੇ ਘਰ ਦੇ ਉੱਪਰ ਹੀ ਹਮਲਾ ਕੀਤਾ। ਜਦੋਂ ਪ੍ਰਮਾਤਮਾ ਵਾਹਿਗੁਰੂ ਜੀ ਦੇ ਰੱਬ ਦੇ ਘਰ ਦੇ ਨਾਲ ਮੱਥਾ ਲਾਇਆ ਤੇ ਫਿਰ ਸਤਿਗੁਰੂ ਜੀ ਦੇ ਬਚਨ ਢੁਕਵੇਂ ਨੇ, ਜਾ ਸਿੱਖਦਾਰ ਹੈ ਪਵੈ ਜੰਜੀਰੀ। ਜਦੋਂ ਕੋਈ ਚੌਧਰੀ ਬਣ ਕੇ ਸਰਦਾਰੀ ਲੈ ਕੇ ਪ੍ਰਧਾਨਗੀ ਲੈ ਕੇ ਤੇ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਪਰਉਪਕਾਰ ਨੂੰ ਭੁੱਲ ਜਾਵੇ ਤੇ ਪਰਮਾਤਮਾ ਨੂੰ ਭੁੱਲ ਕੇ ਜਦੋਂ ਪਾਪ ਕਰਮ ਕਰੇ ਤੇ ਫਿਰ ਧਰਮੀਆਂ ਦੇ ਉੱਪਰ ਵਾਰ ਕਰੇ, ਤੋ ਫਿਰ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਹੜਾ ਸਰਦਾਰ ਹੈ, ਜਿਸ ਨੂੰ ਸਰਦਾਰੀ ਦਿੱਤੀ ਪਰਮਾਤਮਾ ਨੇ, ਜਾਂ ਸਿੱਖਦਾਰ ਹੈ ਪਵੈ ਜੰਜੀਰੀ।
ਜਿਸ ਨੇ ਪਾਪ ਕਰਮ ਕੀਤਾ ਉਹਦੇ ਗਲ ਦੇ ਵਿੱਚ ਸੰਗਲ ਪੈਣਾ ਹੀ ਪੈਣਾ ਹੈ। ਜਾਂ ਸਿਕਦਾਰ ਹੈ ਪਵੈ ਜੰਜੀਰੀ ਹਾਂਜੀ। ਤਾ ਚਾਕਰ ਹੱਥੋਂ ਮਰਣਾ। ਫਿਰ ਜਿਹੜੇ ਉਹ ਸਰਦਾਰਾਂ ਨੇ, ਉਹ ਚੌਧਰੀ ਨੇ, ਜਿਹੜੇ ਨੌਕਰ ਰੱਖੇ ਨੇ, ਉਹਦੇ ਹੱਥੋਂ ਹੀ ਫਿਰ ਮਰਦੇ ਨੇ। ਇਹ ਸਤਿਗੁਰੂ ਜੀ ਦਾ ਬਚਨ ਪ੍ਰਤੱਖ ਹੋਇਆ। ਇੰਦਰਾ ਪਾਪਣ ਨੇ ਜਿਨ੍ਹਾਂ ਗੁਰੂ ਕੇ ਸਿੱਖਾਂ ਨੂੰ ਆਪਣੇ ਨੌਕਰ ਰੱਖਿਆ ਹੋਇਆ ਸੀ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹਨਾਂ ਦੀ ਜ਼ਮੀਰ ਜਾਗੀ ਤੇ ਉਹਨਾਂ ਨੇ ਹੀ ਇੰਦਰਾ ਪਾਪਣ ਨੂੰ ਗੱਡੀ ਚੜਾਇਆ, ਗੋਲੀਆਂ ਮਾਰ ਕੇ ਤੇ ਉਹਦੇ ਤਨ ਨੂੰ ਛਲਣੀ ਕਰ ਦਿੱਤਾ। ਤੋ ਇਸ ਪ੍ਰਕਾਰ ਐਸੀ ਹਾਲਤ ਹੋਈ ਸੀ। ਕਹਿਣ ਤੋਂ ਭਾਵ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਵਡਿਆਈ ਦਿੱਤੀ ਹੈ, ਉਹ ਜਦੋਂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਭੁਲਾ ਦੇਣ, ਪਾਪ ਕਰਮ ਕਰਨ, ਤੇ ਫਿਰ ਉਹਨਾਂ ਸਰਦਾਰਾਂ ਦੇ ਗਲ ਦੇ ਵਿੱਚ ਹੀ ਜੰਜੀਰੀ ਪੈਂਦੀ ਹੈ। ਫਿਰ ਉਹ ਆਪਣੇ ਨੌਕਰਾਂ ਦੇ ਹੱਥੋਂ ਹੀ ਮਰਦੇ ਨੇ, ਜਿਵੇਂ ਇੰਦਰਾ ਪਾਪਣ ਦੀ ਹਾਲਤ ਹੋਈ। ਆਖ ਗੁਣਾ ਕਲ ਆਈ ਹੈ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਭਾਈ ਮਰਦਾਨੇ ਨੇ ਕਿ ਸਤਿਗੁਰੂ ਜੀ ਉਹ ਫਿਰ ਕੀ ਕਰਨਾ ਚਾਹੀਦਾ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਭਾਈ ਮਰਦਾਨਿਆਂ ਆਖ ਗੁਣਾ, ਪਰਮਾਤਮਾ ਦੇ ਗੁਣ ਆਖਣਾ ਕਰੀਏ, ਪਰਮਾਤਮਾ ਦੇ ਗੁਣ ਉਚਾਰਨ ਕਰਨਾ ਕਰੀਏ। ਕੱਲ ਆਈ ਹੈ ਤੋ ਕਲਯੁਗ ਦਾ ਸਮਾਂ ਆ ਗਿਆ ਹੈ, ਬੜਾ ਭਿਆਨਕ ਸਮਾਂ ਹੈ। ਇਸ ਕਰਕੇ ਸਤਿਗੁਰੂ ਜੀ ਨੇ ਜੇ ਕਿਣਕਾ ਮਾਤਰ ਕਿਰਪਾ ਕੀਤੀ ਹੈ ਨਾ, ਤਾਂ ਗੁਰੂ ਕੇ ਸਿੱਖਾ ਸਤਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ ਆ ਕੇ ਤਰਲਾ ਲੈ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ, ਆਪਣੇ ਸੇਵਾ ਸਿਮਰਨ ਦੇ ਨਾਲ ਜੋੜੀ ਰੱਖੋ। ਜੇ ਅਸੀਂ ਧਰਮ ਦੇ ਕਰਮ ਕਰਦੇ ਹਾਂ ਨਾ, ਤੇ ਆਪ ਜੀ ਦੀ ਕਿਰਪਾ ਦੇ ਨਾਲ ਹੀ ਕਰਦੇ ਹਾਂ। ਬਸ ਇਹੋ ਹੀ ਅਰਦਾਸ ਬੇਨਤੀ ਹੈ ਕਿ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ। ਤੋ ਇਸ ਕਰਕੇ ਕਲਯੁਗ ਦੇ ਸਮੇਂ ਤੋਂ ਡਰ ਕੇ ਅਸੀਂ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ। ਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਆਖ ਗੁਣਾ, ਗੁਰੂ ਕੇ ਸਿੱਖਾ ਪ੍ਰਮਾਤਮਾ ਵਾਹਿਗੁਰੂ ਜੀ ਦੇ ਗੁਣ ਆਖਣਾ ਕਰ, ਉਚਾਰਨ ਕਰਨਾ ਕਰ। ਕਿਉਂ? ਕੱਲ ਆਈ ਹੈ, ਕਲਯੁਗ ਦਾ ਸਮਾਂ ਬੜਾ ਭਿਆਨਕ ਆ ਗਿਆ ਹੈ। ਜੇ ਕਲਯੁਗ ਦੀਆਂ ਤਤੀਆਂ ਹਵਾਵਾਂ ਤੋਂ ਬਚਣਾ ਚਾਹੁੰਦਾ ਹੈ ਨਾ, ਤੇ ਫਿਰ ਪ੍ਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਨਾ ਕਰ। ਤਿਹੋ ਜੁਗ ਕੇਰਾ ਰਹਿਆ ਤਪਾਵਸ। ਤਿੰਨੇ ਯੁੱਗਾਂ ਦਾ ਤਪਾਵਸ ਸੀ ਨਾ ਜਿਹੜਾ, ਤਿੰਨੇ ਯੁੱਗਾਂ ਦਾ ਨਿਆਂ ਸੀ ਜਿਹੜਾ, ਉਹ ਰਹਿ ਗਿਆ ਹੈ ਹੁਣ। ਸਤਯੁਗ, ਦੁਆਪਰ, ਤ੍ਰੇਤਾ, ਇਹਨਾਂ ਤਿੰਨਾਂ ਯੁੱਗਾਂ ਦਾ ਜਿਹੜਾ ਨਿਆਂ ਸੀ ਉਹ ਰਹਿ ਗਿਆ ਹੈ ਹੁਣ। ਜੇ ਗੁਣ ਦੇਹ ਤਾ ਪਾਈਐ। ਇਹ ਸਤਿਗੁਰੂ ਜੀ ਦੇ ਅੱਗੇ, ਪ੍ਰਮਾਤਮਾ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰੀਏ ਕਿ ਸਤਿਗੁਰੂ ਜੀ ਉਹ ਜੇ ਆਪ ਜੀ ਭਗਤੀ ਵਾਲਾ ਗੁਣ ਦਿਓ, ਜੇ ਸੇਵਾ ਸਿਮਰਨ ਵਾਲਾ ਗੁਣ ਦਿਓ, ਤੇ ਤਾਂ ਪਾਈਐ, ਤਾਂ ਹੀ ਅਸੀਂ ਇਸ ਪ੍ਰਕਾਰ ਪੰਕਤੀ ਹੈ ਫਿਰ ਦੁਬਾਰਾ। ਜੇ ਗੁਣ ਦੇਹ ਤਾ ਪਾਈਐ। ਜੇ ਆਪ ਜੀ ਸ੍ਰੇਸ਼ਟ ਗੁਣ ਦੇਣਾ ਕਰੋ, ਭਗਤੀ ਦਾ ਗੁਣ, ਤੇ ਫਿਰ ਸੇਵਾ ਸਿਮਰਨ ਦਾ ਗੁਣ, ਅਨੇਕਾਂ ਹੀ ਜਿਹੜੇ ਸਤ ਸੰਤੋਖ, ਦਇਆ, ਧਰਮ, ਕਰੁਣਾ, ਮੁਦਤਾ, ਮੈਤਰੀ ਇਤ ਆਦਿਕ, ਇਹ ਜੇ ਸ੍ਰੇਸ਼ਟ ਗੁਣ ਦਿਓ ਤਾਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਆਪੋ ਕੋਈ ਨਹੀਂ, ਆਪਣੇ ਯਤਨਾਂ ਦੇ ਨਾਲ ਕਿਸੇ ਵੀ ਪ੍ਰਕਾਰ ਭਗਤੀ ਦਾ ਗੁਣ, ਸੇਵਾ ਦਾ ਗੁਣ, ਸਿਮਰਨ ਦਾ ਗੁਣ ਅਤੇ ਸ਼ੁਭ ਕਰਮਾਂ ਦਾ ਗੁਣ, ਸ੍ਰੇਸ਼ਟ ਕਰਮਾਂ ਦਾ ਗੁਣ, ਇਹ ਅਸੀਂ ਨਹੀਂ ਪ੍ਰਾਪਤ ਕਰ ਸਕਦੇ। ਆਪ ਹੀ ਕਿਰਪਾ ਕਰਨਾ ਕਰੋ ਜੀ, ਤਾਂ ਅਸੀਂ ਪ੍ਰਾਪਤ ਕਰ ਸਕਦੇ ਹਾਂ। ਰਹਾਉ ਵਿਸਰਾਮ ਦੇ ਕੇ ਅੱਗੇ ਬਚਨ ਕਰਦੇ ਨੇ। ਕਲ ਕਲ ਵਾਲੀ ਸਰਾ ਨਬੇੜੀ। ਤੋ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਕਲਯੁਗ ਦਾ ਸਮਾਂ ਐਸਾ ਭਿਆਨਕ ਆ ਗਿਆ ਹੈ, ਜਿਹੜੀ ਸ਼ਰ੍ਹਾ ਹੈ ਨਾ, ਕਲਯੁਗ ਦੀ ਜਿਹੜੀ ਸ਼ਰ੍ਹਾ ਹੈ ਉਹ ਨਿਬੇੜ ਦਿੱਤੀ ਹੈ। ਕਲ ਕਲ ਵਾਲੀ ਸ਼ਰ੍ਹਾ ਨਿਬੇੜੀ। ਕਲਯੁਗ ਦਾ ਸਮਾਂ ਐਸਾ ਭਿਆਨਕ ਆ ਗਿਆ ਕਿ ਕਲਯੁਗ ਦੇ ਜੀਵਾਂ ਦੀ ਮਤ ਮਲੀਨ ਹੋ ਗਈ ਹੈ। ਇਸ ਕਰਕੇ ਜਿਹੜੇ ਅਸੂਲ ਨੇ ਨਾ, ਉਹਨਾਂ ਤੋਂ ਜੀਵ ਲੰਘ ਗਏ ਹਨ, ਭਾਵ ਕਿ ਅਸੂਲ ਕੋਈ ਵੀ ਨਹੀਂ ਧਾਰਨ ਕਰਦਾ। ਕਾਜੀ ਕ੍ਰਿਸ਼ਨਾ ਹੋਆ। ਹੋਰ ਤਾਂ ਕੀ, ਜਿਹੜਾ ਕਾਜੀ ਹੈ ਨਾ, ਕਾਜੀ ਉਹ ਵੀ, ਕਾਜੀ ਵੀ ਕ੍ਰਿਸ਼ਨਾ ਭਾਵ ਕਿ ਕਾਲੇ ਮਨ ਵਾਲਾ ਹੋ ਗਿਆ। ਕਾਜੀ ਕ੍ਰਿਸ਼ਨਾ ਹੋਵਾ, ਕਾਜੀ ਜਿਹੜੇ ਧਰਮ ਨੂੰ ਧਾਰਨ ਕਰਨ ਵਾਲੇ ਅਤੇ ਦੂਜਿਆਂ ਨੂੰ ਧਰਮ ਦਾ ਉਪਦੇਸ਼ ਦੇਣ ਵਾਲੇ, ਉਹ ਵੀ ਕਾਲੇ ਮਨ ਵਾਲੇ ਹੋ ਗਏ। ਕ੍ਰਿਸ਼ਨਾ ਤੋਂ ਭਾਵ ਕਾਲੇ ਮਨ ਵਾਲੇ ਹੋ ਗਏ, ਤੇ ਮੋਹ ਮਾਇਆ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਮਨ ਹੈ
ਉਹ ਗਲਤਾਨ ਹੋ ਗਿਆ ਹੈ। ਬਾਣੀ ਬ੍ਰਹਮਾ ਵੇਦ ਅਥਰਵਣ। ਹਾਂਜੀ, ਸਤਿਗੁਰੂ ਜੀ ਬਚਨ ਕਰਦੇ ਨੇ ਕਿ ਬ੍ਰਹਮਾ ਦੀ ਉਚਾਰਨ ਕੀਤੀ ਹੋਈ ਬਾਣੀ ਵੇਦਾਂ ਦੇ ਵਿੱਚ ਹੈ ਅਤੇ ਚਾਰੇ ਵੇਦਾਂ ਦੇ ਵਿੱਚ ਤੇ ਬਾਣੀ ਬ੍ਰਹਮਾ ਵੇਦ ਅਥਰਵਣ ਅਤੇ ਇਸੇ ਹੀ ਤਰ੍ਹਾਂ ਅਥਰਵਣ ਵੇਦ ਹੈ ਜਿਹੜਾ ਉਹਦੇ ਵਿੱਚ ਵੀ ਕਰਮਕਾਂਡ ਅਨੇਕਾਂ ਹੀ ਦੱਸੇ ਹਨ। ਕਰਨੀ ਕੀਰਤ ਲਹਿਆ। ਪਰਮਾਤਮਾ ਵਾਹਿਗੁਰੂ ਜੀ ਦੀ ਅਥਰਵਣ ਵੇਦ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦੀ ਕੀਰਤੀ ਕਰਨ ਵਾਸਤੇ ਜਸ ਕਰਨ ਵਾਸਤੇ ਹੁਕਮ ਕੀਤਾ ਹੈ। ਤੋ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਨਿਚੋੜ ਇਹੋ ਹੀ ਹੈ। ਸਤਿਗੁਰੂ ਜੀ ਬਚਨ ਕਰਦੇ ਨਾ ਤਾਂ ਬ੍ਰਹਮਾ ਦੀ ਉਚਾਰਨ ਕੀਤੀ ਹੋਈ ਵੇਦ ਬਾਣੀ ਪੜ੍ਹਦੇ ਹਨ ਅਤੇ ਅਥਰਵਣ ਵੇਦ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦੀ ਕੀਰਤੀ ਦੇ ਸੰਬੰਧ ਦੇ ਵਿੱਚ ਬਚਨ ਕੀਤੇ ਨੇ ਉਹ ਵੀ ਨਹੀਂ ਕਰਦੇ। ਫਿਰ ਇਸੇ ਹੀ ਤਰ੍ਹਾਂ ਰਿਗ ਵੇਦ, ਯੁਜੁਰ ਵੇਦ, ਅਥਰਵਣ ਵੇਦ, ਇਹਨਾਂ ਵੇਦਾਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਦੇ ਜੋ ਬਾਣੀ ਹੈ ਉਹਦੇ ਵਿੱਚ ਇੱਕ ਨਾਮ ਨੂੰ ਹੀ ਉੱਤਮ ਕਿਹਾ ਗਿਆ ਹੈ। ਜਿਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ। ਵੇਦਾਂ ਸ਼ਾਸਤਰਾਂ ਦੇ ਵਿੱਚ ਸਭ ਤੋਂ ਸ੍ਰੇਸ਼ਟ ਪਰਮਾਤਮਾ ਦਾ ਨਾਮ ਦੱਸਿਆ, ਪਰ ਜੀਵ ਕਰਮਕਾਂਡ ਪੜ੍ਹ ਕੇ ਵੇਦਾਂ ਦੇ ਵਿੱਚੋਂ ਕਰਮਕਾਂਡ ਕਰਨ ਦੇ ਵਿੱਚ ਹੀ ਪ੍ਰਵਿਰਤ ਹੋ ਜਾਂਦੇ ਨੇ, ਪਰਮਾਤਮਾ ਦਾ ਨਾਮ ਜਪਣ ਵੱਲ ਧਿਆਨ ਹੀ ਨਹੀਂ ਦਿੰਦੇ। ਇਸ ਕਰਕੇ ਬਾਣੀ ਬ੍ਰਹਮਾ ਵੇਦ ਅਥਰਵਣ ਤੇ ਵੇਦਾਂ ਦੀ ਬਾਣੀ ਨੂੰ ਵੀ ਨਹੀਂ ਪੜ੍ਹਦੇ। ਵੇਦਾਂ ਦੀ ਬਾਣੀ ਨੂੰ ਜੇ ਪੜ੍ਹਨ ਤੇ ਫਿਰ ਕਰਮਕਾਂਡ ਧਾਰਨ ਕਰ ਲੈਂਦੇ ਨੇ। ਉਹਨਾਂ ਦੇ ਵਿੱਚ ਨਾਮ ਜਪਣ ਦਾ ਜੋ ਸਿਧਾਂਤ ਦੱਸਿਆ ਹੈ, ਨਾਮ ਦਾ ਨਿਚੋੜ, ਨਾਮ ਜਪਣਾ ਇਹ ਸਭ ਤੋਂ ਉੱਤਮ ਸ੍ਰੇਸ਼ਟ ਨਿਚੋੜ ਹੈ। ਇਹ ਨਾਮ ਵੀ ਨਹੀਂ ਜਪਦੇ ਤੇ ਕਰਨੀ ਕੀਰਤ ਲਹਿਆ, ਜੋ ਪਰਮਾਤਮਾ ਦੀ ਕੀਰਤੀ ਕਰਨੀ, ਜਸ ਕਰਨਾ, ਇਹ ਵੀ ਲੋਕਾਂ ਦੇ ਹਿਰਦੇ ਤੋਂ, ਲੋਕਾਂ ਦੇ ਮਨ ਤੋਂ ਪਰਮਾਤਮਾ ਵਾਹਿਗੁਰੂ ਜੀ ਦੀ ਪਿਆਰ ਦੇ ਨਾਲ ਕੀਰਤੀ ਕਰਨੀ, ਇਹ ਵੀ ਪ੍ਰਭਾਵ ਲੈ ਗਿਆ ਹੈ। ਲੋਕਾਂ ਦਾ ਮਨ ਪਰਮਾਤਮਾ ਦਾ ਜਸ ਕਰਨ ਤੋਂ ਵੀ ਲੈ ਗਿਆ ਹੈ। ਪਤ ਵਿਣ ਪੂਜਾ ਸਤ ਵਿਣ ਸੰਜਮ। ਸਤਿਗੁਰੂ ਜੀ ਬਚਨ ਕਰਦੇ ਨੇ ਪਤ ਤੋਂ ਬਿਨਾਂ ਪੂਜਾ ਵੀ ਨਹੀਂ ਹੋ ਸਕਦੀ ਤੇ ਸਤ ਪ੍ਰਤੱਗੀ ਹੋਣ ਤੋਂ ਬਿਨਾਂ ਜੋ ਸੰਜਮ ਵੀ ਨਹੀਂ ਰੱਖਿਆ ਜਾ ਸਕਦਾ। ਤੋ ਸਤ ਬਿਨ ਸੰਜਮ, ਜੇ ਸਤ ਧਰਮ ਨਹੀਂ ਹੈ ਨਾ ਤੇ ਫਿਰ ਸੰਜਮ ਭਾਵੇਂ ਜਿੰਨੇ ਮਰਜ਼ੀ ਰੱਖੀ ਜਾਵੇ। ਕਹਿਣ ਤੋਂ ਭਾਵ ਹੱਥ ਧੋਂਦਾ ਫਿਰੇ ਤੇ ਸੋਚ ਪਵਿੱਤਰਤਾ ਰੱਖਦਾ ਫਿਰੇ, ਹੋਰ ਅਨੇਕਾਂ ਤਰ੍ਹਾਂ ਦੇ ਪਖੰਡ ਕਰਦਾ ਫਿਰੇ, ਜੋ ਜਿਵੇਂ ਬ੍ਰਾਹਮਣ ਕਰਦੇ ਨੇ ਕਿ ਆਪ ਜੋ ਲੱਕੜਾਂ ਧੋ ਕੇ ਤੇ ਫਿਰ ਆਪ ਚੁੱਲ੍ਹਾ ਬਣਾ ਕੇ ਉਹਦੇ ਉੱਤੇ ਭੋਜਨ ਤਿਆਰ ਕਰਦੇ ਨੇ, ਹੋਰ ਕਿਸੇ ਦੇ ਹੱਥ ਦਾ ਖਾਂਦੇ ਨਹੀਂ। ਤੇ ਜੇ ਕੋਈ ਵਿਚਾਰਾ ਨੀਚ ਆ ਜਾਵੇ ਨੇੜੇ ਤੇ ਫਿਰ ਕਹਿੰਦੇ ਨੇ ਇਹਦੇ ਪਰਛਾਵੇਂ ਦੇ ਨਾਲ ਅਸੀਂ ਭਿੱਟੇ ਗਏ ਆ। ਅਨੇਕਾਂ ਤਰ੍ਹਾਂ ਦੇ ਪਖੰਡ ਕਰਦੇ ਨੇ। ਸਤਿਗੁਰੂ ਜੀ ਨੇ ਉਹਨਾਂ ਪਖੰਡੀ ਬ੍ਰਾਹਮਣਾਂ ਦੇ ਪਖੰਡ ਨੂੰ ਉਧੇੜਨ ਵਾਸਤੇ ਇਹ ਬਚਨ ਕਹੇ ਕਿ ਪਤ ਬਿਨ ਪੂਜਾ, ਜੇ ਪਤ ਇੱਜ਼ਤ ਆਬਰੂ ਨਹੀਂ ਹੈ, ਚੰਗੇ ਕਰਮ ਨਹੀਂ ਕਰਦਾ ਤੇ ਪਤ ਕਿਵੇਂ ਹੋਵੇਗੀ। ਤੇ ਫਿਰ ਪਤ ਆਬਰੂ ਇੱਜ਼ਤ ਤੋਂ ਬਿਨਾਂ ਪੂਜਾ ਕਾਹਦੀ ਹੈ, ਕਿਸੇ ਕੰਮ ਦੀ ਪੂਜਾ ਨਹੀਂ ਹੈ, ਪੂਜਾ ਕੀਤੀ ਵਿਅਰਥ ਹੈ। ਤੇ ਸਤ ਬਿਨ ਸੰਜਮ, ਸਤ ਪ੍ਰਤੱਗੀ ਹੋਣ ਤੋਂ ਬਿਨਾਂ, ਜੇ ਸਤ ਧਰਮ ਦੇ ਵਿੱਚ ਪਰਪੱਕ ਨਹੀਂ ਹੈ, ਇਸਤਰੀ ਪਤੀਵਰਤਾ ਧਰਮ ਦੇ ਵਿੱਚ ਪਰਪੱਕ ਨਹੀਂ ਹੈ ਅਤੇ ਪੁਰਸ਼ ਸਤੀਵਰਤਾ ਧਰਮ ਦੇ ਵਿੱਚ ਪਰਪੱਕ ਨਹੀਂ ਹੈ, ਤੇ ਫਿਰ ਹੋਰ ਸੰਜਮ ਰੱਖਣ ਦਾ ਕੀ ਲਾਭ ਹੋਵੇਗਾ? ਕੋਈ ਵੀ ਲਾਭ ਨਹੀਂ ਹੈ। ਜਤ ਬਿਨ ਕਾਹੀ ਜਨੇਊ। ਹਾਂਜੀ, ਜਤ ਤੋਂ ਬਿਨਾਂ ਜਨੇਊ ਪਾਇਆ ਹੋਇਆ ਕਿਸੇ ਵੀ ਕੰਮ ਦਾ ਨਹੀਂ ਹੈ, ਭਾਵੇਂ ਜਿੰਨੇ ਮਰਜ਼ੀ ਜਨੇਊ ਪਾਈ ਫਿਰੇ। ਜਤ ਤੋਂ ਬਿਨਾਂ ਜਨੇਊ ਵੀ ਕਿਸੇ ਕੰਮ ਦਾ ਨਹੀਂ। ਨਾਵਹੁ ਧੋਵਹੁ ਤਿਲਕ ਚੜਾਵਹੁ। ਪੰਡਤਾਂ ਨੂੰ ਕਹਿਣ ਲੱਗੇ ਕਿ ਪੰਡਤੋ ਨਹਾਉਂਦੇ ਹੋ, ਧੋਂਦੇ ਹੋ ਅਤੇ ਤਿਲਕ ਚੜਾਉਂਦੇ ਹੋ, 12 ਤਿਲਕ ਲਾ ਲੈਂਦੇ ਹੋ। ਸੋਚ ਬਿਨ ਸੋਚ ਨਾ ਹੋਈ। ਜੇ ਮਨ ਸੁੱਚਾ ਨਹੀਂ ਹੈ ਨਾ, ਮਨ ਦੇ ਅੰਦਰ ਪ੍ਰਮਾਤਮਾ ਵਾਹਿਗੁਰੂ ਜੀ ਦਾ ਸੱਚਾ ਨਾਮ ਨਹੀਂ ਧਾਰਨ ਕੀਤਾ ਤੇ ਫਿਰ ਸੋਚ ਪਵਿੱਤਰਤਾ ਕੀਤੀ ਹੋਈ ਤੁਹਾਡੀ ਕਿਸੇ ਵੀ ਕੰਮ ਨਹੀਂ ਹੈ।
ਜੋ ਸੱਚੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹਿਰਦਾ ਸੱਚਾ ਨਹੀਂ ਹੋ ਸਕਦਾ। ਕਾਲ ਪਰਵਾਣ ਕਤੇਬ ਕੁਰਾਨ। ਹਾਂਜੀ, ਸਤਿਗੁਰੂ ਜੀ ਬਚਨ ਕਰਦੇ ਨੇ ਕਿ ਕਲਯੁਗ ਦੇ ਸਮੇਂ ਦੇ ਵਿੱਚ ਹੁਣ ਮੁਹੰਮਦੀ ਰਾਜ ਹੈ ਨਾ, ਕਲਯੁਗ ਦੇ ਉਸ ਸਮੇਂ ਦੇ ਵਿੱਚ ਮੁਹੰਮਦੀ ਰਾਜ ਸੀ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਹਿਲੋਲ ਲੋਧੀ ਬਾਦਸ਼ਾਹ ਸੀ। ਉਸ ਸਮੇਂ ਮੁਸਲਮਾਨੀ ਰਾਜ ਸੀ। ਇਸ ਕਰਕੇ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਕਲ ਪਰਵਾਨ ਕਤੇਬ ਕੁਰਾਨ। ਕਲਯੁਗ ਦੇ ਸਮੇਂ ਦੇ ਵਿੱਚ ਕਤੇਬ ਤੇ ਕੁਰਾਨ ਇਹ ਪ੍ਰਵਾਨ ਹੋ ਗਏ ਨੇ, ਭਾਵ ਕਿ ਇਹ ਪੜ੍ਹੇ ਜਾਂਦੇ ਨੇ ਅਤੇ ਇਹਨਾਂ ਦੇ ਅਨੁਸਾਰ ਹੀ ਹੁਕਮ ਚੱਲਦਾ ਹੈ ਪ੍ਰਜਾ ਦੇ ਉੱਤੇ। ਪੋਥੀ ਪੰਡਿਤ ਰਹੇ ਪੁਰਾਣ। ਜਿਹੜੇ ਪੰਡਿਤ ਲੋਕ ਪੋਥੀਆਂ ਪੜ੍ਹਦੇ ਸਨ, ਵੇਦ ਪੁਰਾਣ ਪੜ੍ਹਦੇ ਸਨ, ਉਹ ਰਹਿ ਗਏ ਨੇ। ਕਹਿਣ ਤੋਂ ਭਾਵ ਕਿ ਪੰਡਿਤ ਵਿਚਾਰੇ ਡਰਦੇ ਹੋਏ ਵੱਡੀ ਲੈ ਕੇ ਦੇਣ ਗਵਾਹੀ, ਜੋ ਕਹਿਣ ਤੋਂ ਭਾਵ ਕਿ ਵੱਡੀ ਲੈ ਕੇ ਧਨ ਦੌਲਤ, ਧਨ ਦੇ ਲਾਲਚ ਦੇ ਵਿੱਚ ਆ ਕੇ ਤੇ ਵੇਦ ਪੁਰਾਣਾਂ ਦੇ ਕੀਤੇ ਹੋਏ ਵਿਖਿਆਨ ਨੂੰ ਹੀ ਸੁਣਦੇ ਨੇ ਅਤੇ ਉਹਨਾਂ ਦੀ ਮਰਿਆਦਾ ਨੂੰ ਹੀ ਮੰਨੀ ਜਾਂਦੇ ਨੇ। ਪੰਡਿਤ ਲੋਕ ਵੀ ਉਹਨਾਂ ਨੇ ਆਪਣੇ ਧਰਮ ਨੂੰ ਤਿਆਗ ਦਿੱਤਾ। ਨਾਨਕ ਨਾਉ ਭਇਆ ਰਹਿਮਾਨ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਪਹਿਲੇ ਸਮੇਂ ਦੇ ਵਿੱਚ ਹਿੰਦੂ ਰਾਮ ਰਾਮ ਕਰਦੇ ਸਨ ਤੇ ਹੁਣ ਨਾਨਕ ਨਾਉ ਭਇਆ ਰਹਿਮਾਨ। ਹੁਣ ਪਰਮਾਤਮਾ ਨੂੰ ਰਹਿਮ ਦਿਲ ਕਰਕੇ ਕਹਿ ਕੇ ਤੇ ਰਹੀਮ ਰਹੀਮ ਹੀ ਉਚਾਰਨ ਕਰਦੇ ਨੇ ਮੁਸਲਮਾਨ ਲੋਕ। ਕਰ ਕਰਤਾ ਤੂੰ ਏਕੋ ਜਾਣ। ਪਰ ਸਤਿਗੁਰੂ ਜੀ ਬਚਨ ਕਰਦੇ ਨੇ ਸਾਡੀ ਨਿਗਾਹ ਦੇ ਵਿੱਚ ਸਾਰੇ ਕਾਰਨਾਂ ਨੂੰ ਕਰਨ ਵਾਲਾ, ਕਾਰਨ ਰੂਪ ਜਗਤ ਨੂੰ ਪੈਦਾ ਕਰਨ ਵਾਲਾ ਅਸੀਂ ਇੱਕ ਪਰਮਾਤਮਾ ਨੂੰ ਹੀ ਜਾਣਦੇ ਹਾਂ। ਤੂੰ ਏਕੋ ਜਾਣ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਗੁਰੂ ਕੇ ਸਿੱਖਾ ਪ੍ਰਾਣਾ ਧਾਰੀ ਜੀਵ, ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ ਗੁਰੂ ਕੇ ਸਿੱਖ ਭਗਤ ਜਨੋ ਕਰ ਕਰਤਾ ਤੂੰ ਏਕੋ ਜਾਣ। ਜੋ ਸਾਰੇ ਕਾਰਨਾਂ ਨੂੰ ਕਰਨ ਵਾਲਾ ਪ੍ਰਮਾਤਮਾ ਵਾਹਿਗੁਰੂ, ਗੁਰੂ ਕੇ ਸਿੱਖਾ ਤੂੰ ਇੱਕ ਪ੍ਰਮਾਤਮਾ ਨੂੰ ਹੀ ਜਾਣਨਾ ਕਰ। ਜਾਂ ਸਤਿਗੁਰੂ ਜੀ ਬਚਨ ਕਰਦੇ ਕਿ ਅਸੀਂ ਇੱਕ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਹੀ ਆਪਣੇ ਹਿਰਦੇ ਦੇ ਵਿੱਚ ਜਾਣਨਾ ਕੀਤਾ ਹੈ। ਨਾਨਕ ਨਾਮ ਮਿਲੈ ਵਡਿਆਈ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜੇ ਇੱਕ ਪ੍ਰਮਾਤਮਾ ਦੇ ਲੜ ਲੱਗ ਕੇ ਇੱਕ ਪ੍ਰਮਾਤਮਾ ਦਾ ਨਾਮ ਜਪੇਗਾ ਤੇ ਫਿਰ ਗੁਰੂ ਕੇ ਸਿੱਖਾ ਤੈਨੂੰ ਲੋਕ ਪਰਲੋਕ ਦੇ ਵਿੱਚ ਵਡਿਆਈ ਮਿਲੇਗੀ। ਏਦੂ ਉਪਰ ਕਰਮ ਨਹੀਂ। ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਇਹਦੇ ਤੋਂ ਉੱਚਾ ਹੋਰ ਕੋਈ ਵੀ ਕਰਮ ਕਾਂਡ ਨਹੀਂ ਹੈ। ਸਾਰੇ ਕਰਮ ਕਾਂਡ ਛੱਡ ਕੇ ਤੇ ਇੱਕ ਪ੍ਰਮਾਤਮਾ ਦਾ ਨਾਮ ਹੀ ਜਪਣਾ ਕਰ। ਜੇ ਘਰ ਹੋਦਾ ਮੰਗਣ ਜਾਈਏ। ਜੇ ਘਰ ਹੋਵੇ ਸਭ ਕੁਝ ਤੇ ਫੇਰ ਵੀ ਮੰਗਣ ਜਾਈਏ। ਜੇ ਸੰਗਤ ਰੂਪ ਘਰ ਦੇ ਵਿੱਚ ਆ ਕੇ ਤੇ ਸੰਗਤ ਕਰਕੇ, ਗੁਰੂ ਕੀ ਸੰਗਤ ਕਰਕੇ ਤੇ ਫੇਰ ਵੀ ਗੁਰੂ ਕੇ ਸਤਿਗੁਰੂ ਜੀ ਦੇ ਬਚਨਾਂ ਦੇ ਉੱਤੇ ਭਰੋਸਾ ਨਾ ਹੋਵੇ ਤੇ ਅਨਮਤੀਆਂ ਦੇ ਕੋਲੋਂ ਮੰਗਣ ਜਾਈਏ, ਫੇਰ ਸਤਿਗੁਰੂ ਜੀ ਹਾਂਜੀ ਅੱਗੇ ਬਚਨ ਕਰਦੇ ਨੇ ਫਿਰ ਉਲਾਮਾ ਮਿਲੈ ਤਹੀ। ਤੋ ਫੇਰ ਉਹਨੂੰ ਉਲਾਮੇ ਹੀ ਮਿਲਦੇ ਨੇ। ਇਸੇ ਹੀ ਤਰ੍ਹਾਂ ਇੱਕ ਸੰਸਾਰਕ ਉਦਾਹਰਨ ਹੈ। ਇੱਕ ਬੱਚੇ ਦਾ ਬਾਪੂ ਧਨਾੜ ਹੋਵੇ, ਇੱਕ ਬੱਚੇ ਦਾ ਬਾਪੂ ਧਨਾੜ ਹੋਵੇ ਤੇ ਉਹ ਬਾਪ ਦਾ ਪੁੱਤਰ ਕਿਸੇ ਦੇ ਕੋਲੋਂ ਮੰਗਣ ਜਾਵੇ ਕਿ ਮੈਨੂੰ ਇਹ ਦਾਤ ਚਾਹੀਦੀ ਹੈ, ਮੈਨੂੰ ਇਹ ਦਾਤ ਚਾਹੀਦੀ ਹੈ ਤੇ ਤੁਸੀਂ ਮੈਨੂੰ ਦਿਓ। ਜਦੋਂ ਦੂਜੇ ਦੇ ਪਾਸੋਂ ਮੰਗਣ ਜਾਈਦਾ ਹੈ ਨਾ ਤੇ ਫਿਰ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਇਸ ਪ੍ਰਕਾਰ ਦੇ ਵੀ ਬਚਨ ਆਉਂਦੇ ਨੇ। ਹਾਂਜੀ, ਸ਼ਰਮਿੰਦਗੀ ਦੇ ਵਿੱਚ ਮਰਨਾ ਪੈਂਦਾ ਹੈ। ਕਹਿਣ ਤੋਂ ਭਾਵ ਕਿ ਜਦੋਂ ਇੱਕ ਧਨਾੜ ਪਿਓ ਦਾ ਪੁੱਤ ਅਨਮਤੀਏ ਦੇ ਕੋਲੋਂ ਜਾ ਕੇ ਮੰਗੇ, ਇਹ ਕਹੇ ਕਿ ਮੈਨੂੰ ਮਨ ਦਾ ਟਿਕਾਊ ਚਾਹੀਦਾ ਹੈ ਤੇ ਮੈਨੂੰ ਇਹ ਵਸਤੂ ਚਾਹੀਦੀ ਹੈ, ਤੇ ਜਦੋਂ ਬਾਪ ਨੂੰ ਪਤਾ ਲੱਗੇ ਨਾ, ਇੱਜ਼ਤ ਵਾਲੇ ਬਾਪ ਨੂੰ ਪਤਾ ਲੱਗੇ ਤੇ ਫਿਰ ਇੱਜ਼ਤ ਵਾਲਾ ਬਾਪ ਸ਼ਰਮ ਦੇ ਵਿੱਚ ਮਰ ਜਾਂਦਾ ਹੈ ਕਿ ਮੇਰਾ ਪੁੱਤ ਹੋ ਕੇ ਸਾਰੀ ਉਮਰ ਮੇਰੇ ਕੋਲ ਰਿਹਾ ਤੇ ਹੁਣ ਜਾ ਕੇ ਹੋਰ ਕਿਸੇ ਕੋਲੋਂ ਮੰਗਦਾ ਫਿਰਦਾ ਹੈ। ਇਹ ਬਾਪ ਦੀ ਬੇਇੱਜ਼ਤੀ ਹੈ ਨਾ, ਬਾਪ ਨੂੰ ਫਿਰ ਉਲਾਮੇ ਮਿਲਣਗੇ। ਇਸ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜੇ ਘਰ ਹੁੰਦਾ ਮੰਗਣ ਜਾਈਏ।
ਘਰ ਦੇ ਵਿੱਚ ਸਭ ਕੁਝ ਹੈ। ਬਾਪ ਭਾਵੇਂ ਗਰੀਬੜਾ ਹੋਵੇ, ਪਰ ਬਾਪ ਦਾ ਬੱਚਾ, ਬਾਪ ਦਾ ਪੁੱਤ ਜੇ ਕਿਸੇ ਹੋਰ ਦੇ ਪਾਸੋਂ ਮੰਗਣ ਵਾਸਤੇ ਜਾਵੇ ਨਾ ਕਿ ਮੈਨੂੰ ਧਨ ਦੀ ਲੋੜ ਹੈ, ਮੈਨੂੰ ਪਦਾਰਥ ਚਾਹੀਦੇ ਨੇ, ਮੈਨੂੰ ਹੁਣ ਤੱਕ ਸਾਰੀ ਜ਼ਿੰਦਗੀ ਦੇ ਵਿੱਚ ਮਨ ਦੀ ਇਕਾਗਰਤਾ ਨਹੀਂ ਹਾਸਲ ਹੋਈ, ਮੇਰਾ ਮਨ ਇਕਾਗਰ ਹੋ ਜਾਵੇ, ਹੋਰ ਕਿਸੇ ਨੂੰ ਜਾ ਕੇ ਕਹੇ ਕਿ ਮੇਰਾ ਮਨ ਇਕਾਗਰ ਕਰ ਦਿਓ, ਮੈਨੂੰ ਇਹ ਦਾਤ ਚਾਹੀਦੀ ਹੈ, ਜੇ ਚਾਹੀਦਾ ਉਹ ਚਾਹੀਦਾ ਹੈ, ਹੋਰ ਕਿਸੇ ਦੇ ਪਾਸੋਂ ਮੰਗਣ ਜਾਵੇ ਤੇ ਪਿਓ ਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਹੁੰਦੀ ਹੈ। ਫਿਰ ਇਸ ਕਰਕੇ ਗੁਰੂ ਕੇ ਸਿੱਖਾ, ਜਿਵੇਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਦੇ ਪਾਸ ਭਾਈ ਮਰਦਾਨਾ ਜੀ ਆਏ। ਭਾਈ ਮਰਦਾਨਾ ਜੀ ਜਦੋਂ ਆਏ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਜਜਮਾਨ, ਕਿਉਂਕਿ ਭਾਈ ਮਰਦਾਨੇ ਦੀ ਆਦਤ ਸੀ, ਮਰਾਸੀ ਦੀ ਇਹ ਆਦਤ ਹੈ ਕਿ ਕਿਸੇ ਦੇ ਘਰ ਵੀ ਜਾਵੇ ਤੇ ਉਹ ਕਹਿੰਦਾ ਹੈ ਜਜਮਾਨ, ਭਾਵ ਤੁਸੀਂ ਮੇਰੇ ਮਾਲਕ ਹੋ। ਤੇ ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਾਲਕ ਕਿਹਾ ਨਾ ਭਾਈ ਮਰਦਾਨੇ ਨੇ, ਸੁਲਤਾਨਪੁਰ ਸਾਹਿਬ ਵਿਖੇ ਆ ਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਮਰਦਾਨਿਆ, ਜੇ ਮੈਨੂੰ ਜਜਮਾਨ ਕਿਹਾ ਹੈ ਨਾ ਤੇ ਫਿਰ ਸਾਡੇ ਤੋਂ ਬਿਨਾਂ ਹੋਰ ਕਿਸੇ ਦੇ ਦਰ ਦੇ ਉੱਤੇ ਜਾ ਕੇ ਮੰਗਣਾ ਨਹੀਂ ਹੈ। ਤੂੰ ਮਰਾਸੀ ਹੈ, ਮਰਾਸੀਆਂ ਦੇ ਘਰ ਦੇ ਵਿੱਚ ਤੇਰਾ ਜਨਮ ਹੋਇਆ ਤੇ ਦੂਜੇ ਮਰਾਸੀਆਂ ਵਾਲੀ ਆਦਤ ਨਹੀਂ ਰੱਖਣੀ। ਜੇ ਸਾਨੂੰ ਜਜਮਾਨ ਕਹਿਣਾ ਹੈ ਨਾ ਤੇ ਫਿਰ ਹੋਰ ਕਿਸੇ ਕੋਲ ਜਾ ਕੇ ਅਲਖ ਨਹੀਂ ਜਗਾਉਣੀ, ਮੰਗਣਾ ਨਹੀਂ ਹੈ, ਭਾਵੇਂ ਭੁੱਖਾ ਮਰ ਜਾਵੇ, ਪਰ ਇਹ ਸਾਡਾ ਬਚਨ ਪੱਲੇ ਬੰਨ੍ਹ ਲੈ। ਨਾਲ ਹੀ ਸਤਿਗੁਰੂ ਜੀ ਨੇ ਇਹ ਬਚਨ ਕੀਤਾ ਸੀ ਕਿ ਭਾਈ ਮਰਦਾਨਿਆ, ਤੈਨੂੰ ਤੰਤੀ ਸਾਜ਼ ਵਜਾਉਣ ਦਾ ਗੁਣ ਦੇ ਦਿੱਤਾ ਹੈ, ਇਹ ਬੜਾ ਵੱਡਾ ਭਾਰੀ ਗੁਣ ਹੈ ਤੇ ਇਹ ਗੁਣ ਤੈਨੂੰ ਦੇ ਦਿੱਤਾ ਹੈ। ਭਾਵੇਂ ਬਾਅਦ ਦੇ ਵਿੱਚ ਲੰਮੇ ਸਮੇਂ ਤੋਂ ਬਾਅਦ ਜਦੋਂ ਰਬਾਬ ਦੀ ਲੋੜ ਪਈ ਤੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਭਾਈ ਮਰਦਾਨੇ ਨੂੰ ਇਹ ਕਿਹਾ ਸੀ ਕਿ ਭਾਈ ਮਰਦਾਨਿਆ ਰਬਾਬ ਲੈ ਕੇ ਆ, ਤੇ ਕਿਸੇ ਗਵਈਏ ਦੇ ਪਾਸੋਂ, ਕਿਸੇ ਢਾਡੀ ਦੇ ਕੋਲੋਂ ਰਬਾਬ ਲੈਣ ਗਿਆ ਸੀ। ਢਾਡੀ ਨੇ ਰਬਾਬ ਦਿੱਤੀ ਤਾਂ ਨਾ, ਪਰ ਭਾਈ ਮਰਦਾਨੇ ਦੇ ਨਾਲ ਆ ਗਿਆ ਤੇ ਜਦੋਂ ਮਸਾਨ ਭੂਮਿਕਾ ਦੇ ਵਿੱਚ ਜੰਗਲ ਦੇ ਵਿੱਚ ਬੈਠ ਕੇ ਭਾਈ ਮਰਦਾਨੇ ਨੇ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਆ ਕੇ ਨਮਸਕਾਰ ਕੀਤੀ ਤੇ ਕਿਹਾ ਕਿ ਇਹ ਰਬਾਬੀ ਰਬਾਬ ਲੈ ਕੇ ਆਇਆ ਮੇਰੇ ਨਾਲ, ਇਹ ਢਾਡੀ ਰਬਾਬ ਲੈ ਕੇ ਆਇਆ ਹੈ। ਤੇ ਸਤਿਗੁਰੂ ਜੀ ਨੇ ਵਚਨ ਕਹੇ ਕਿ ਭਾਈ ਮਰਦਾਨਿਆ, ਇਹ ਰਬਾਬ ਲੈ ਕੇ ਇਹਦੀਆਂ ਤਾਰਾਂ ਨੂੰ ਛੇੜ। ਭਾਈ ਮਰਦਾਨਾ ਕਹਿਣ ਲੱਗਾ ਕਿ ਸਤਿਗੁਰੂ ਜੀ, ਉਹ ਮੈਨੂੰ ਇਹ ਰਬਾਬ ਵਜਾਉਣੀ ਨਹੀਂ ਆਉਂਦੀ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਮਰਦਾਨਿਆ, ਤੂੰ ਭੁੱਲ ਗਿਆ ਏ, ਬੜਾ ਲੰਮਾ ਸਮਾਂ ਪਹਿਲਾਂ ਅਸੀਂ ਤੈਨੂੰ ਹੱਟ ਦੇ ਉੱਪਰ ਬੈਠਿਆ ਹੋਇਆਂ ਸੁਲਤਾਨਪੁਰ ਸਾਹਿਬ ਵਿਖੇ ਇਹ ਬਚਨ ਕੀਤੇ ਸਨ ਕਿ ਤੈਨੂੰ ਤੰਤੀ ਸਾਜ਼ ਵਜਾਉਣ ਦਾ ਗੁਣ ਦਿੱਤਾ, ਤੇ ਉਹ ਸਾਡੇ ਬਚਨ ਨੇ। ਤਾਰਾਂ ਨੂੰ, ਇਹ ਰਬਾਬ ਦੇ ਤਾਰਾਂ ਨੂੰ ਹੱਥ ਲਾ, ਜਦੋਂ ਤਾਰਾਂ ਛੇੜੀਆਂ ਤੇ ਧੰਨ ਨਿਰੰਕਾਰ, ਧੰਨ ਨਿਰੰਕਾਰ, ਤੂੰ ਹੀ ਨਿਰੰਕਾਰ, ਧੰਨ ਨਾਨਕ ਤੂੰ ਹੀ ਨਿਰੰਕਾਰ, ਇਸ ਪ੍ਰਕਾਰ ਦੀਆਂ ਧੁਨਾਂ ਉੱਠੀਆਂ ਤੇ ਆਕਾਸ਼ ਮੰਡਲ ਦੇ ਵਿੱਚ ਛਾ ਗਈਆਂ। ਜਿਹੜੇ ਰੁੱਖ ਸਨ ਉਹਨਾਂ ਦੇ ਵਿੱਚੋਂ ਅੰਮ੍ਰਿਤ ਰਸ ਚੋਣ ਲੱਗਾ, ਪੰਛੀ ਪਸ਼ੂ ਕੋਲ ਆ ਕੇ ਬੈਠ ਗਏ। ਤੋ ਉਹ ਰਬਾਬ ਦੇ ਵਿੱਚੋਂ ਜਿਹੜੀਆਂ ਉੱਠੀਆਂ ਧੁਨਾਂ ਸਨ ਉਹ ਉਹਨਾਂ ਨੂੰ ਸੁਣਨ ਲੱਗੇ, ਚੱਲਦੇ ਪਾਣੀ ਖੜੇ ਹੋ ਗਏ। ਆਕਾਸ਼ ਦੇ ਵਿੱਚੋਂ ਦੇਵਤਿਆਂ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੀਸ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ। ਐਸਾ ਅਜਬ ਨਜ਼ਾਰਾ ਬੱਝਿਆ ਤੋ ਆਕਾਸ਼ ਮੰਡਲ ਦੇ ਵਿੱਚ ਛਾ ਗਿਆ। ਰਬਾਬੀ ਜਿਹੜਾ ਸੀ ਨਾ ਉਹ ਹੈਰਾਨ ਰਹਿ ਗਿਆ ਕਿ ਉਹੋ ਹੀ ਰਬਾਬ ਹੈ ਜਿਹੜੀ ਮੈਂ ਰੋਜ਼ਾਨਾ ਵਜਾਉਂਦਾ ਸੀ, ਮੈਨੂੰ ਤਾਂ ਐਸਾ ਆਨੰਦ ਕਦੇ ਆਇਆ ਨਹੀਂ। ਤੋ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਭਾਈ ਮਰਦਾਨੇ ਦੇ ਉੱਪਰ, ਇਹ ਵੱਡਾ ਭਾਰੀ ਗੁਣ ਬਖਸ਼ਿਆ। ਤੇ ਫਿਰ ਬਾਅਦ ਦੇ ਵਿੱਚ ਭਾਈ ਫਿਰੰਦੇ ਦੇ ਪਾਸ ਭੇਜਿਆ ਸੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਬਾਬ ਲਿਆਉਣ ਵਾਸਤੇ। ਉਸ ਸਮੇਂ ਵੀ ਬੜਾ ਭਾਈ ਫਿਰੰਦਾ ਲੈ ਕੇ ਆਇਆ ਰਬਾਬ ਭਾਈ ਮਰਦਾਨੇ ਦੇ ਸਹਿਤ। ਭਾਈ ਮਰਦਾਨੇ ਨੇ ਰਬਾਬ ਦੀਆਂ ਸੁਰਾਂ ਨੂੰ ਛੇੜਿਆ, ਤਾਰਾਂ ਨੂੰ ਛੇੜਿਆ। ਆਕਾਸ਼ ਮੰਡਲ ਦੇ ਵਿੱਚ ਸਨਾਟਾ ਛਾ ਗਿਆ, ਰੁੱਖਾਂ ਦੇ ਵਿੱਚੋਂ ਅੰਮ੍ਰਿਤ ਰਸ ਚੋਣ ਲੱਗਾ, ਚੱਲਦੇ ਪਾਣੀ ਖੜੇ ਹੋ ਗਏ ਅਤੇ ਪਸ਼ੂ ਪੰਛੀ ਕੋਲ ਆ ਕੇ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣਨ ਲੱਗੇ।
ਕਈ ਦਿਨ ਭਾਈ ਫਰੰਦੇ ਅਤੇ ਭਾਈ ਮਰਦਾਨੇ ਸਾਰਿਆਂ ਦੀ ਸਮਾਧੀ ਲੱਗੀ ਰਹੀ। ਜਦੋਂ ਸਤਿਗੁਰੂ ਜੀ ਨੇ ਸ਼ਬਦ ਦੀ ਸਮਾਪਤੀ ਕੀਤੀ ਤਾਂ ਉਸ ਤੋਂ ਉਪਰੰਤ ਇਹਨਾਂ ਗੁਰਮੁਖਾਂ ਨੂੰ ਸਮਾਧੀ ਤੋਂ ਉਥਾਨ ਕੀਤਾ, ਉਠਾਇਆ ਤੇ ਫਿਰ ਭਾਈ ਫਿਰੰਦਾ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਕੇ ਚਲਾ ਗਿਆ ਸੀ ਕਿ ਸਤਿਗੁਰੂ ਜੀ ਉਹ ਸਵਰਗ ਦੇ ਵਿੱਚ ਰਹਿਣ ਵਾਲਾ, ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਰਬਾਬ ਭੇਟਾ ਕਰਨੀ ਸੀ। ਤੋ ਇਸ ਪ੍ਰਕਾਰ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਜਦੋਂ ਥੋੜੀ ਦੂਰ ਤੱਕ ਭਾਈ ਮਰਦਾਨਾ ਵਿਦਾ ਕਰਨ ਗਿਆ ਤੇ ਭਾਈ ਫਰੰਦਾ ਅਲੋਪ ਹੋ ਗਿਆ ਸੀ। ਸਤਿਗੁਰੂ ਜੀ ਦੇ ਪਾਸ ਆ ਕੇ ਭਾਈ ਮਰਦਾਨੇ ਨੇ ਸਭ ਕੁਝ ਪੁੱਛਿਆ ਸੀ। ਕਹਿਣ ਤੋਂ ਭਾਵ ਕਿ ਸਤਿਗੁਰੂ ਜੀ ਨੇ ਐਸੀਆਂ ਬਖਸ਼ਿਸ਼ਾਂ ਕੀਤੀਆਂ ਭਾਈ ਮਰਦਾਨੇ ਦੇ ਉੱਤੇ ਤੇ ਕਿਹਾ ਕਿ ਭਾਈ ਮਰਦਾਨਿਆਂ, ਜੇ ਸਾਡਾ ਸਿੱਖ ਹੈ ਨਾ, ਸਾਨੂੰ ਜਜਮਾਨ ਕਿਹਾ ਹੈ ਤੇ ਫਿਰ ਹੋਰ ਕਿਤੇ ਜਾ ਕੇ ਮੰਗਣਾ ਨਹੀਂ ਹੈ। ਗੁਰਸਿੱਖ ਗੁਰੂ ਕਾ ਸਿੱਖ ਹੋਰ ਕਿਸੇ ਦੇ ਕੋਲ ਜਾ ਕੇ ਝੁਕੇ, ਮੱਥਾ ਟੇਕੇ, ਮੰਗੇ ਤੇ ਫਿਰ ਇਦੋਂ ਉੱਪਰ ਹਾਂਜੀ ਜੋ ਫਿਰ ਉਲਾਮੇ ਮਿਲੇ ਤਹੀ, ਉਹਨੂੰ ਉਲਾਮੇ ਮਿਲਦੇ ਨੇ। ਫਿਰ ਇਸੇ ਹੀ ਤਰ੍ਹਾਂ ਜੇ ਘਰ ਹੁੰਦਾ ਹਾਂਜੀ, ਜੇ ਘਰ ਹੋਦਾ ਮੰਗਣ ਜਾਈਏ, ਜੇ ਸਤ ਸੰਗਤ ਰੂਪ ਘਰ ਦੇ ਵਿੱਚ ਰਹਿ ਕੇ ਤੇ ਜੋ ਜੇ ਘਰ ਹੁੰਦਾ ਮੰਗਣ ਜਾਈਏ, ਜੋ ਸਤ ਸੰਗਤ ਰੂਪ ਘਰ ਦੇ ਵਿੱਚ ਰਹਿ ਕੇ ਸੰਗਤ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਉੱਪਰ ਪੂਰਨ ਤੌਰ ਤੇ ਭਰੋਸਾ ਨਹੀਂ ਹੈ ਤੇ ਦੇਵੀ ਦੇਵਤਿਆਂ ਦੇ ਪਾਸੋਂ ਮੰਗਦਾ ਫਿਰਦਾ ਹੈ, ਅਨਮਤੀਆਂ ਦੇ ਕੋਲੋਂ ਮੰਗਦਾ ਫਿਰਦਾ ਹੈ, ਜਿਹੜੇ ਗੁਰੂ ਕੇ ਸਿੱਖਾਂ ਦੀ ਗੁਰੂ ਕੀ ਵਡਿਆਈ ਕਰਦੇ ਨੇ, ਤੋ ਗੁਰੂ ਕੇ ਵਡਿਆਈ ਅਤੇ ਗੁਰੂ ਕੇ ਸਿੱਖਾਂ ਦੀ ਕੁਰਬਾਨੀ ਦੀ ਜਿਹੜੇ ਦਾਤ ਦਿੰਦੇ ਨੇ, ਜਿਨ੍ਹਾਂ ਦੇ ਧਰਮ ਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਚਾਇਆ ਅਤੇ ਗੁਰੂ ਕੇ ਸਿੱਖਾਂ ਨੇ ਜਿਨ੍ਹਾਂ ਵਾਸਤੇ ਕੁਰਬਾਨੀਆਂ ਕੀਤੀਆਂ, ਤਿਲਕ ਜੰਝੂ ਵਾਸਤੇ, ਧੋਤੀ ਤੇ ਟੋਪੀ ਵਾਸਤੇ, ਉਹਨਾਂ ਦੇ ਪਾਸੋਂ ਜਾ ਕੇ ਜੇ ਮੰਗੀਏ, ਜੇ ਦੇਵੀ ਦੇਵਤਿਆਂ ਦੇ ਪਾਸੋਂ ਜਾ ਕੇ ਮੰਗੀਏ ਗੁਰੂ ਕੀ ਸੰਗਤ ਨੂੰ ਛੱਡ ਕੇ, ਫਿਰ ਉਲਾਮਾ ਮਿਲੇ ਤਹੀ, ਹਾਂਜੀ ਉਹਨੂੰ ਫਿਰ ਉਲਾਮੇ ਹੀ ਉਲਾਮੇ ਮਿਲਦੇ ਨੇ। ਭਾਵ ਕਿ ਧਰਮਰਾਜੇ ਦੀ ਦਰਗਾਹ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਆਪਣੇ ਗੁਰੂ ਨੂੰ ਛੱਡ ਕੇ ਪਖੰਡੀਆਂ ਦੇ ਪਾਸ ਕਿੱਥੇ ਤੁਰਿਆ ਫਿਰਦਾ ਸੀ। ਐਸੀ ਹਾਲਤ ਹੁੰਦੀ ਹੈ। ਤੋ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਜੀ ਉਹ ਸਦਾ ਵਾਸਤੇ ਆਪਣੀ ਚਰਨ ਸਰਨ ਦੇ ਵਿੱਚ ਰੱਖੋ, ਸਾਡੇ ਹਿਰਦੇ ਦੇ ਵਿੱਚ ਭਰੋਸਾ ਬੱਝਾ ਰਹੇ, ਆਪ ਜੀ ਦੀ ਸੰਗਤ ਨੂੰ ਤਿਆਗ ਕੇ ਕਦੇ ਵਾਸਤੇ ਵੀ ਨਾ ਜਾਈਏ। ਜਿਵੇਂ 6ਵੇਂ ਪਾਤਸ਼ਾਹ ਜੀ ਦੇ ਸਿੱਖ ਨੇ ਇਹ ਬੇਨਤੀ ਕੀਤੀ ਸੀ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ, ਆਪ ਜੀ ਦਾ ਨਾਮ ਨਾ ਭੁੱਲੇ, ਭਾਵੇਂ ਮੈਨੂੰ ਨਰਕਾਂ ਦੇ ਵਿੱਚ ਸੁੱਟ ਦਿਓ। ਸਤਿਗੁਰੂ ਜੀ ਬੜੇ ਖੁਸ਼ ਹੋਏ, ਹੱਸਣ ਲੱਗ ਪਏ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਸਿੱਖਾ ਕਿਹੜੇ ਤਰੀਕੇ ਦੇ ਨਾਲ ਬੇਨਤੀ ਕੀਤੀ ਹੈ, ਜੇ ਤੈਨੂੰ ਨਾਮ ਦੀ ਦਾਤ ਦੇ ਦਿੱਤੀ, ਤੇਰੇ ਹਿਰਦੇ ਦੇ ਵਿੱਚ ਨਾਮ ਵਸ ਗਿਆ ਤੇ ਫਿਰ ਨਰਕਾਂ ਦੇ ਵਿੱਚ ਕਦੇ ਵਾਸਤੇ ਤੂੰ ਜਾਵੇਂਗਾ ਹੀ ਨਹੀਂ, ਨਰਕਾਂ ਦੇ ਵਿੱਚ ਨਹੀਂ ਜਾਵੇਂਗਾ। ਇਸ ਕਰਕੇ ਗੁਰੂ ਕੇ ਸਿੱਖ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ, ਭਰੋਸਾ ਹੋਣਾ ਚਾਹੀਦਾ। ਸਤਿਗੁਰੂ ਜੀ ਮੈਂ ਕੁਕਰਮੀ ਹਾਂ, ਮੈਂ ਪਾਪੀ ਹਾਂ, ਅਪਰਾਧੀ ਹਾਂ, ਮੈਂ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ ਹੂੰ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਗੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਮੇਰੇ ਵਿੱਚ ਔਗਣ ਹੀ ਔਗਣ ਨੇ। ਸਤਿਗੁਰੂ ਜੀ ਉਹ ਕਿਰਪਾ ਕਰੋ, ਆਪ ਜੀ ਦੇ ਚਰਨਾਂ ਦੇ ਉੱਤੇ ਮੇਰਾ ਸੱਚਾ ਭਰੋਸਾ ਰਹੇ, ਭਰੋਸਾ ਨਾ ਕਦੇ ਵਾਸਤੇ ਡੋਲੇ, ਇਹ ਕਿਰਪਾ ਕਰੋ ਜੀ। ਡਿੱਗੈ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ, ਇਹ ਪੂਰਨ ਤੌਰ ਤੇ ਕਿਰਪਾ ਕਰ ਦਿਓ ਜੀ। ਹਿਰਦਾ ਤ੍ਰਿਪਤ ਹੋ ਜਾਵੇ, ਸੰਸਾਰਕ ਪਦਾਰਥਾਂ ਵਾਸਤੇ ਮੈਂ ਥਾਂ ਥਾਂ ਤੇ ਨਾ ਭਟਕਦਾ ਫਿਰਾਂ, ਇਹ ਮੇਰੇ ਉੱਤੇ ਕਿਰਪਾ ਕਰੋ। ਚੌਪਈ ਉੱਚੇ ਸੁਰ ਸੋ ਸ਼ਬਦ ਬਸਾਇਓ, ਹਾਂਜੀ ਉੱਚੇ ਸੁਰ ਦੇ ਨਾਲ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਰਾਮ ਕਲੀ ਸੋ ਰਾਗ ਮਹਿ ਗਾਇਓ, ਰਾਮ ਕਲੀ ਰਾਗ ਦੇ ਵਿੱਚ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਗਾਇਨ ਕੀਤਾ ਹੈ। ਸੁਨ ਸੁਨ ਕਰ ਬਹੁਮਾਨ ਵਿਆਏ, ਹਾਂਜੀ ਜਿਹੜੇ ਜੋ ਸਤਿਗੁਰੂ ਜੀ ਦੇ ਸੁਭਾਈਮਾਨ ਮੁਖਾਰ ਬਿੰਦ ਤੋਂ ਇਹ ਸ਼ਬਦ ਸੁਣ ਕੇ, ਸੱਚੇ ਸੁੱਚੇ ਖਰੇ ਖਰੇ ਬਚਨ ਸੁਣ ਕੇ ਤੇ ਬਹੁਤੇ ਜ਼ਿਆਦੇ ਮਨੁੱਖ ਜਿਹੜੇ ਲੋਕ ਇੱਧਰ ਉੱਧਰ ਮੇਲੇ ਦੇ ਵਿੱਚ ਕੌਤਕ ਦੇਖਦੇ ਫਿਰਦੇ ਸਨ, ਉਹ ਆ ਗਏ, ਇਕੱਠੇ ਹੋ ਗਏ। ਪ੍ਰੀਤ ਧਾਰ ਬੈਸੇ ਤਿਹ ਥਾਏ, ਪ੍ਰੀਤ ਧਾਰਨ ਕਰਕੇ ਉਸੇ ਹੀ ਥਾਂ ਦੇ ਉੱਤੇ ਬੈਠ ਗਏ। ਕੇਤਕ ਪੰਡਿਤ ਤਿਨੈ ਮਜਾਰੀ, ਉਹਨਾਂ ਦੇ ਵਿੱਚ ਕਿੰਨੇ ਕੁ ਪੰਡਿਤ ਸਨ ਜਿਨ੍ਹਾਂ ਨੇ ਚੰਗੀ ਵਿਦਿਆ ਪੜ੍ਹੀ ਹੋਈ ਸੀ। ਸ਼ਬਦ ਸ਼੍ਰੋਣ ਸੁਨ ਗਿਰਾ ਉਚਾਰੀ, ਸਤਿਗੁਰੂ ਜੀ ਦੇ ਸੁਭਾਈਮਾਨ ਮੁਖਾਰ ਬਿੰਦ ਤੋਂ ਸ਼ਬਦ ਸੁਣ ਕੇ ਤੇ ਇਹ ਬੇਨਤੀ ਕੀਤੀ। ਇਸਕੇ ਅਰਥ ਸੁਨਾਈਏ ਹਮ
ਤੁਮਕੋ। हे ਸਤਿਗੁਰੂ ਜੀਓ ਕਿਰਪਾ ਕਰਕੇ ਇਹ ਸ਼ਬਦ ਦੇ ਅਰਥ ਵੀ ਸੁਣਾ ਦੇਣਾ ਕਰੋ ਜੀ। ਸੰਤ ਰੂਪ ਦੇਖਤ ਹੈ ਤੁਮਕੋ। ਆਪ ਜੀ ਨੂੰ ਦੇਖਿਆ ਹੈ, ਆਪ ਜੀ ਦੇ ਦਰਸ਼ਨ ਕਰਕੇ ਇਹ ਪ੍ਰਤੀਤ ਹੁੰਦਾ ਹੈ ਕਿ ਸੰਤ ਰੂਪ ਹੋ ਆਪ ਜੀ ਦੇ ਚਿਹਰੇ ਤੇ ਨਾਮ ਦਾ ਜਲਾਲ ਢਲਕਦਾ ਹੈ। ਸ਼੍ਰੀ ਨਾਨਕ ਸੁਨੇ ਅਰਥ ਬਖਾਨਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਬੇਨਤੀ ਸੁਣ ਕੇ ਤੇ ਅਰਥ ਉਚਾਰਨ ਕੀਤੇ। ਇਕ ਮਨ ਹੈ ਘਰ ਸੁਨੋ ਸੁਜਾਨਾ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਇੱਕ ਮਨ ਇੱਕ ਚਿੱਤ ਹੋ ਕੇ ਜੋ ਇਹ ਸ਼ਬਦ ਦੇ ਅਰਥ ਸੁਣਨਾ ਕਰੋ ਜੀ। ਸਾਸ ਰਬ ਉਡ ਛਿਤ ਬਾਏ ਸੋ ਤੇਸੇ। ਹਾਂਜੀ, ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਵੇਂ ਪਿਛਲੇ ਯੁੱਗਾਂ ਦੇ ਵਿੱਚ ਸੱਸ, ਸੂਰਜ ਅਤੇ ਚੰਦਰਮਾ ਅਤੇ ਉੱਡਗਣ ਤਾਰੇ, ਇਹ ਜੋ ਪਿਛਲੇ ਯੁੱਗਾਂ ਦੇ ਵਿੱਚ ਸਤਯੁਗ, ਦੁਆਪਰ, ਤ੍ਰੇਤਾ, ਇਹਨਾਂ ਯੁੱਗਾਂ ਦੇ ਵਿੱਚ ਸਨ। ਜਿਵੇਂ ਪਹਿਲਾਂ ਤ੍ਰੈ ਜੁਗ ਮਹਿਬਰ ਤਹ ਥੀ ਜੈਸੇ। ਜਿਵੇਂ ਤਿੰਨੇ ਯੁੱਗਾਂ ਦੇ ਵਿੱਚ ਹਵਾ ਚੱਲਦੀ ਸੀ ਅਤੇ ਸੂਰਜ, ਚੰਦਰਮਾ ਜੋ ਤਾਰੇ ਸਨ, ਉਸੇ ਹੀ ਤਰ੍ਹਾਂ ਇਹ ਕਲਯੁਗ ਦੇ ਸਮੇਂ ਦੇ ਵਿੱਚ ਨੇ। ਦੋਹਰਾ ਮਾਨਵ ਮਲਿਨ ਬੁੱਧੀ ਪਏ ਜਾਂ ਤੇ ਕਲੀਲ ਖਾਏ। ਜਿਹੜੇ ਮਨੁੱਖ ਨੇ ਨਾ, ਮਨੁੱਖ ਇਹ ਜੀਵ ਮਲੀਨ ਬੁੱਧੀ ਵਾਲੇ ਹੋ ਗਏ ਨੇ, ਮੈਲੀ ਬੁੱਧੀ ਵਾਲੇ, ਮੈਲੀ ਮੱਤ ਵਾਲੇ ਹੋ ਗਏ ਨੇ। ਇਸ ਕਰਕੇ ਕਲਯੁਗ ਦਾ ਪ੍ਰਭਾਵ ਦਿਖਾਈ ਦਿੰਦਾ। ਪੁਨ ਇਨ ਕੋ ਵਿਸ਼ਵਾਸ ਕਿਆ ਕਲ ਜੇ ਨਰ ਜਨਮਾਏ। ਤੋ ਫਿਰ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਹਨਾਂ ਨੂੰ ਕਿਸੇ ਵੀ ਪ੍ਰਕਾਰ ਪਰਮਾਤਮਾ ਦੇ ਉੱਤੇ ਵਿਸ਼ਵਾਸ ਭਰੋਸਾ ਨਹੀਂ ਰਿਹਾ। ਕਲਯੁਗ ਦੇ ਵਿੱਚ ਜਿਹੜੇ ਜੀਵਾਂ ਨੇ ਜਨਮ ਲਿਆ ਹੈ, ਇਹ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸੁੰਦਰ ਬਚਨ ਕੀਤੇ, ਜੋ ਜਿਵੇਂ ਸ਼ੁਰੂ ਤੋਂ ਸਤਿਗੁਰੂ ਜੀ ਨੇ ਜੋ ਅਰਥ ਕੀਤੇ ਨੇ, ਤੋ ਉਸੇ ਹੀ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਅੱਗੇ ਛੰਦਾਬੰਦੀ ਦੇ ਵਿੱਚ ਜੋ ਇਹ ਸ਼ਬਦ ਦੇ ਅਰਥ ਕੀਤੇ ਨੇ ਉਹ ਵੀ ਸਰਵਣ ਕਰਾਂਗੇ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕਰਕੇ ਅਸੀਂ ਕਲਯੁਗੀ ਜੀਵਾਂ ਨੂੰ ਉਪਦੇਸ਼ ਬਖਸ਼ਿਆ। ਬੇਨਤੀ ਕਰੀਏ ਕਿ ਸਤਿਗੁਰੂ ਜੀਓ ਸਾਡੇ ਵਿੱਚ ਕਿਸੇ ਵੀ ਪ੍ਰਕਾਰ ਸਮਰੱਥਾ ਨਹੀਂ ਹੈ। ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪਰਖੋਤਮੰ ਤਬ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ। ਇਹ ਸਤਿਗੁਰੂ ਜੀਓ ਆਪ ਜੀ ਦੀ ਕਿਰਪਾ ਸਦਕਾ ਹੀ ਅਸੀਂ ਨਾਮ ਸਿਮਰਦੇ ਹਾਂ, ਬੰਦਗੀ ਕਰਦੇ ਹਾਂ। ਕਿਣਕਾ ਮਾਤਰ ਆਪ ਜੀ ਦੀ ਦਇਆ ਪ੍ਰਾਪਤ ਕਰਕੇ ਤੇ ਅਸੀਂ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਜੁੜਨਾ ਚਾਹੁੰਦੇ ਹਾਂ। ਸਤਿਗੁਰੂ ਜੀਓ ਸਾਡੇ ਉੱਪਰ ਤਰਸ ਕਰੋ। ਵੈਸੇ ਭਾਈ ਗੁਰਦਾਸ ਜੀ ਨੇ ਜਿਵੇਂ ਬਚਨ ਸਰਵਣ ਕੀਤੇ ਨੇ, ਆਪ ਜੀ ਨੇ ਪਹਿਲਾਂ ਸਤਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਮੇਰੇ ਵਿੱਚ ਔਗਣ ਹੀ ਔਗਣ ਨੇ, ਗੁਣ ਕੋਈ ਵੀ ਨਹੀਂ ਹੈ। ਇਸੇ ਹੀ ਤਰ੍ਹਾਂ ਅਸੀਂ ਵੀ ਬੇਨਤੀ ਕਰੀਏ ਕਿ ਸਤਿਗੁਰੂ ਜੀ ਉਹ ਔਗਣਾਂ ਦੇ ਭਰੇ ਹੋਏ ਆ, ਪਰ ਆਪ ਜੀ ਤੋਂ ਬਿਨਾਂ ਸਾਡਾ ਕੋਈ ਨਹੀਂ ਹੈ। ਕਿਸੀ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚਿਤ ਨਾ ਆਵਈ। ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਸਾਡਾ ਨਿਮਾਣਿਆਂ ਦਾ ਤੂੰ ਹੀ ਹੈ। ਸਾਡੇ ਨਿਮਾਣਿਆਂ ਦੇ ਸਤਿਗੁਰੂ ਜੀਓ ਆਪ ਜੀ ਹੀ ਹੋ। ਆਪ ਜੀ ਤੋਂ ਬਿਨਾਂ ਸਾਡਾ ਕੋਈ ਵੀ ਥਾਂ ਨਹੀਂ ਹੈ। ਕਿਸੀ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚਿਤ ਨਾ ਆਵਈ। ਸਤਿਗੁਰੂ ਜੀਓ ਐਸੀ ਭਾਵਨਾ ਅਤੇ ਐਸਾ ਵੈਰਾਗ ਸਾਡੇ ਹਿਰਦੇ ਦੇ ਵਿੱਚ ਪੈਦਾ ਹੋਵੇ, ਆਪ ਜੀ ਦਾ ਨਾਮ ਛਿਨ ਮਾਤਰ ਭੁੱਲੇ ਤੇ ਜੋ ਸਾਨੂੰ ਸਾਡੀ ਜ਼ਿੰਦਗੀ ਵਿਅਰਥ ਦਿਖਾਈ ਦੇਵੇ। ਇਹ ਸਤਿਗੁਰੂ ਜੀਓ ਕਿਰਪਾ ਕਰੋ। ਸਗਲ ਦਵਾਰ ਕਉ ਛਾੜ ਕੇ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਇਸ ਪ੍ਰਕਾਰ ਅਰਦਾਸੇ ਕਰਦੇ ਰਹੀਏ। ਸਤਿਗੁਰੂ ਜੀ ਆਪੇ ਹੀ ਬੁੱਧੀ ਰੂਪ ਬਾਂਹ ਫੜ ਕੇ ਅਤੇ ਆਪਣੇ ਨਾਮ ਸਿਮਰਨ ਦੇ ਨਾਲ ਜੋੜ ਲੈਣਗੇ। ਜੀਵਨ ਉੱਚਾ ਸੁੱਚਾ ਤਾਂ ਹੋਵੇਗਾ ਜੇ ਗੁਰੂ ਕੀ ਬਾਣੀ ਦੇ ਸਿਧਾਂਤ ਨੂੰ ਹਿਰਦੇ ਦੇ ਵਿੱਚ ਧਾਰਨ ਕਰੀਏ, ਨਾਮ ਜਪੀਏ, ਸੰਗਤ ਕਰੀਏ, ਤਾਂ ਹੀ ਸਤਿਗੁਰੂ ਜੀ ਦੀ ਕਿਰਪਾ ਵਰਤੇਗੀ। ਅਤੇ ਸਤਿਗੁਰੂ ਜੀ ਨੇ ਜਦੋਂ ਕਲਾ ਵਰਤਾਈ, ਉਸ ਸਮੇਂ ਸਾਰੇ ਹੀ ਗੁਰਸਿੱਖ ਬਾਣੀ ਦੇ ਨਾਲ ਜੁੜ ਕੇ ਅਤੇ ਪੰਥ ਦੀ ਚੜ੍ਹਦੀ ਕਲਾ ਤਾਂ ਹੋਵੇਗੀ ਜੇ ਗੁਰੂ ਕੀ ਬਾਣੀ ਦੇ ਨਾਲ ਜੁੜੇ ਰਹੀਏ, ਸੇਵਾ ਸਿਮਰਨ ਦੇ ਨਾਲ ਜੁੜੇ ਰਹੀਏ। ਇਹ ਸਤਿਗੁਰੂ ਜੀ ਦੇ ਚਰਨਾਂ ਕਮਲਾਂ 'ਚ ਅਰਦਾਸ ਬੇਨਤੀ ਕਰੀਏ, ਤਰਲਾ ਲਈਏ।
ਸੋ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕਰਕੇ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ਿਆ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ। ਲੇਖੈ ਕਤਹਿ ਨਾ ਛੂਟੀਐ ਖਿਨ ਖਿਨ ਭੂਲਨਹਾਰ ਬਖਸ਼ਣਹਾਰ ਬਖਸ਼ਤੈ ਨਾਨਕ ਪਾਰ ਉਤਾਰ। ਸਸ ਰਬ ਉੱਡ